ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 26 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 27ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 315 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਰਹਿੰਦੇ ਖੂੰਦੇ ਨਿੰਦਕ ਮਾਰਿਅਨ ਕਰ ਆਪੇ ਆਹਰ। ਰਹਿੰਦੇ ਖੂੰਦੇ ਦਾ ਮਤਲਬ ਹੁੰਦਾ ਹੈ ਰਹਿੰਦ ਖੂੰਦ ਜੋ ਬਾਕੀ ਬਚਿਆ ਹੁੰਦਾ ਹੈ, ਕਿ ਇੰਨਾ ਕੁਛ ਤੇ ਚਲਾ ਗਿਆ, ਰਹਿੰਦਾ ਖੂੰਦਾ ਵੀ ਚਲਾ ਜਾਏਗਾ। ਰਹਿੰਦਾ ਖੂੰਦਾ ਦਾ ਮਤਲਬ ਬਾਕੀ ਬਚਿਆ ਹੋਇਆ। ਹੁਣ ਨਿੰਦਕ ਜਿਹੜਾ ਇਨਸਾਨ ਹੈ ਉਹ ਹਮੇਸ਼ਾ ਦੂਜਿਆਂ ਦੀ ਬਦਖੋਈ ਕਰਦਾ ਹੈ, ਤੇ ਨਿੰਦਾ ਦਾ ਮਤਲਬ ਹੈਗਾ 2 ਤੇ 2 3 ਕਹਿਣਾ। ਇਹ ਚੀਜ਼ ਥੋੜਾ ਜਿਹਾ ਸਮਝਣ ਵਾਲੀ ਹੈ। ਨਿੰਦਾ, ਕਾਇਰਤਾ, ਸਚਾਈ, ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਫਰਕ ਹੈ। ਨਿੰਦਾ ਕਿਸ ਨੂੰ ਕਹਿੰਦੇ ਨੇ? ਅਸੀਂ ਕਈ ਵਾਰ ਸੱਚ ਬੋਲਣ ਨੂੰ ਵੀ ਨਿੰਦਾ ਸਮਝ ਲੈਂਦੇ ਹਾਂ ਕਿ ਸਾਨੂੰ ਕੀ ਲੋੜ ਹੈ ਕਿਸੇ ਦੀ ਨਿੰਦਿਆ ਕਰਨ ਦੀ। ਇਸ ਲਈ ਨਿੰਦਿਆ ਔਰ ਸਚਾਈ ਨੂੰ ਸਮਝਣ ਦੀ ਲੋੜ ਹੈ ਤੇ ਉਸਤਤ ਨੂੰ ਸਮਝਣ ਦੀ ਲੋੜ ਹੈ। ਨਿੰਦਾ ਜੇ ਕੋਈ ਕਹੇ 2 ਔਰ 2 3 ਹੁੰਦੇ ਨੇ, ਇਹ ਨਿੰਦਿਆ ਹੈ। 2 ਔਰ 2 3 ਕਹਿਣਾ ਇਹ ਨਿੰਦਿਆ ਹੈ, ਤੇ 2 ਤੇ 2 5 ਕਹਿਣਾ ਇਹ ਉਸਤਤ ਹੈ, ਚਾਪਲੂਸੀ ਕਰਨੀ ਜਿਹਨੂੰ ਕਹਿੰਦੇ ਆ। ਤੇ 2 ਤੇ 2 4 ਕਹਿਣਾ ਇਹ ਸੱਚ ਹੈ। ਜੇ ਕੋਈ 2 ਤੇ 2 4 ਕਹਿੰਦਾ, ਨਾ ਉਹ ਨਿੰਦਾ ਹੈ ਨਾ ਉਸਤਤ ਤੇ ਉਹ ਸੱਚਾਈ ਹੈ। ਤਾਂ ਅਸੀਂ ਇੰਝ ਕਹਿ ਸਕਦੇ ਹਾਂ ਕਿ ਈਰਖਾ ਵਸ ਜਾਂ ਸਵਾਰਥ ਵਸ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ ਇਹ ਉਹਦੀ ਨਿੰਦਿਆ ਹੈ, ਔਰ ਆਪਣੇ ਸਵਾਰਥ ਜਾਂ ਲਾਲਚ ਦੇ ਵਸ ਕਿਸੇ ਦੇ ਔਗਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਨਾ ਇਹ ਉਹਦੀ ਉਸਤਤ ਹੈ। ਇਸ ਲਈ ਸਿੱਖ ਨੇ ਨਾ ਐਸੀ ਉਸਤਤ ਕਰਨੀ ਹੈ, ਨਾ ਨਿੰਦਿਆ ਕਰਨੀ ਹੈ, ਸੱਚ ਦੇ ਨਾਲ ਜੁੜਨਾ। ਤਾਂ ਜਿਹੜਾ ਹਮੇਸ਼ਾ ਸਵਾਰਥ ਕਰਕੇ ਦੂਜਿਆਂ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ ਰਹਿੰਦਾ ਹੈ, ਹਮੇਸ਼ਾ ਕਿਸੇ ਦੀ ਬਦਖੋਈ ਕਰਦਾ ਹੈ, ਤਾਂ ਉਹ ਬੰਦਾ ਅਸਲ ਦੇ ਅੰਦਰ ਆਤਮਕ ਮੌਤ ਤੇ ਮਰ ਚੁੱਕਾ ਹੁੰਦਾ ਹੈ। ਉਹਦੀ ਆਤਮਕ ਮੌਤ ਹੋ ਚੁੱਕੀ ਹੁੰਦੀ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਨਿੰਦਿਆ ਕਰਕੇ ਪ੍ਰਭੂ ਨੇ ਮਾਰ ਦਿੱਤੇ ਨੇ ਆਤਮਕ ਮੋਤੇ, ਯਾਨੀ ਨਿੰਦਿਆ ਕਰ ਕਰਕੇ ਜੋ ਆਤਮਕ ਮੋਤੇ ਮਾਰੀ ਗਏ ਨੇ, ਉਹ ਤਾਂ ਮਾਰੀ ਗਏ। ਰਹਿੰਦੇ ਖੁੰਦੇ ਨਿੰਦਕ ਮਾਰੇ ਨੇ, ਤੇ ਜਿਹੜੇ ਰਹਿੰਦੇ ਖੁੰਦੇ ਨੇ, ਜਿਹੜਿਆਂ ਦੇ ਵਿੱਚ ਥੋੜੀ ਬਾਤੀ ਇਨਸਾਨੀਅਤ ਬਚੀ ਹੈ, ਉਹਨਾਂ ਨੂੰ ਵੀ ਪ੍ਰਭੂ ਆਪ ਇੰਤਜ਼ਾਮ ਕਰਕੇ, ਆਹਰ ਦਾ ਮਤਲਬ ਇੰਤਜ਼ਾਮ, ਉਦਮ, ਉਹਨਾਂ ਨੂੰ ਵੀ ਆਤਮਕ ਮੋਤੇ ਮਾਰ ਦਿੰਦਾ ਹੈ। ਭਾਵ ਕਿ ਰੱਬੀ ਰਜ਼ਾ ਦੇ ਅੰਦਰ ਬਾਕੀ ਦੇ ਜੋ ਬੱਚੇ ਨੇ ਉਹ ਵੀ ਆਤਮਕ ਮੌਤੇ ਮਰ ਜਾਂਦੇ ਨੇ। ਨਿੰਦਕ ਦੇ ਅੰਦਰ ਫਿਰ ਆਤਮਕ ਜੀਵਨ ਨਹੀਂ ਬਚਦਾ। ਸੰਤ ਸਹਾਈ ਨਾਨਕਾ ਵਰਤੈ ਸਭ ਜ਼ਾਹਰ। ਜ਼ਾਹਰ ਦਾ ਮਤਲਬ ਹੈ ਪ੍ਰਤੱਖ। ਸੰਤ ਸਹਾਈ ਦਾ ਮਤਲਬ ਆਪਣੇ ਦਾਸਾਂ ਦਾ ਜੋ ਸਹਾਇਕ ਹੈ, ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਵਾਲੇ ਨੇ, ਉਹ ਰੱਬ ਉਹਨਾਂ ਦਾ ਸਹਾਇਕ ਹੈ। ਔਰ ਪ੍ਰਗਟ ਤੌਰ ਤੇ ਵਰਤ ਰਿਹਾ ਹੈ। ਚਾਰ ਚੁਫੇਰੇ ਉਹ ਪ੍ਰਭੂ ਆਪ ਵਸ ਰਿਹਾ ਹੈ। ਪਿਆਰਿਆਂ ਦਾ, ਆਪਣਿਆਂ ਦਾ ਸਹਾਇਕ ਸਵਾਮੀ ਹਰ ਥਾਂ ਤੇ ਪ੍ਰਤੱਖ ਤੌਰ ਤੇ ਵਰਤ ਰਿਹਾ ਹੈ, ਯਾਨੀ ਉਹ ਲਿਖਿਆ ਛਿਪਿਆ ਨਹੀਂ ਹੈ, ਸਾਹਮਣੇ ਹੈ ਤੇ ਆਪਣੇ ਪਿਆਰਿਆਂ ਦਾ ਸਹਾਇਕ ਹੈ। ਹੁਣ ਦੇਖੋ, ਰੱਬ ਦੇ ਸਾਰੇ ਹੀ ਪਿਆਰੇ ਨੇ। ਰੱਬ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ, ਕਿਸੇ ਦੇ ਨਾਲ ਵੈਰ ਨਹੀਂ ਕਰਦਾ। ਉਹਦੇ ਵਿੱਚ ਤਾਂ ਹੈ ਹੀ ਪਿਆਰ ਹੈ ਨਾ। ਪਿਆਰ ਚਾਰ ਚੁਫੇਰੇ ਬਰਸ ਰਿਹਾ ਹੈ, ਇੱਕ ਨਿਯਮ ਹੈ, ਉਸ ਨਿਯਮ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ। ਲੇਕਿਨ ਜਿਹੜਾ ਹੁਣ ਉਹਨਾਂ ਗੁਣਾਂ ਨੂੰ ਅਪਣਾਏਗਾ ਉਹ ਪ੍ਰਭੂ ਦਾ ਪਿਆਰ ਪਾ ਲਵੇਗਾ। ਪ੍ਰਭੂ ਦਾ ਪਿਆਰ ਪ੍ਰਗਟ ਹੋਣਾ ਹੈ ਸਾਡੇ ਅੰਦਰ, ਸੱਚ ਦੇ ਰੂਪ ਵਿੱਚ, ਕਰਤੇ ਦੇ ਰੂਪ ਵਿੱਚ, ਨਿਰਭੈਤਾ, ਨਿਰਵੈਰਤਾ ਦੇ ਰੂਪ ਵਿੱਚ। ਇਹ ਸਾਰੇ ਰੱਬੀ ਗੁਣ ਨੇ ਨਾ, ਇਹੀ ਉਹਦੀ ਕਿਰਪਾ ਹੈ। ਜਿਹਦੇ ਤੇ ਪਿਆਰ ਦੀ ਬਰਸਾਤ ਹੁੰਦੀ ਹੈ, ਉਹਦੇ ਅੰਦਰ ਇਹ ਗੁਣ ਹੀ ਪ੍ਰਗਟ ਹੁੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਪਿਆਰਿਆਂ ਦਾ ਆਤਮਕ ਜੀਵਨ ਦਾ ਉਹ ਸਹਾਇਕ ਹੈ,
ਤੇ ਆਪਣੇ ਪਿਆਰਿਆਂ ਦੇ ਆਤਮਿਕ ਜੀਵਨ ਦਾ ਸਹਾਇਕ ਹਰ ਥਾਂ ਦੇ ਉੱਤੇ ਪ੍ਰਗਟ ਰੂਪ ਦੇ ਅੰਦਰ ਵਰਤ ਰਿਹਾ ਹੈ ਤੇ ਆਪਣੇ ਪਿਆਰਿਆਂ ਨੂੰ ਉਹ ਨਜ਼ਰੀ ਪੈਂਦਾ ਹੈ, ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਕਰਦਾ ਹੈ ਤੇ ਜੋ ਨਿੰਦਕ ਨੇ ਉਹ ਆਤਮਿਕ ਮੌਤੇ ਮਰ ਜਾਂਦੇ। ਮਹਿਲਾ ਪੰਜਵਾਂ, ਮੁੰਢੋਂ ਭੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ। ਜੋ ਪਹਿਲਾਂ ਤੋਂ ਹੀ ਆਪਣੇ ਮੂਲ ਵਾਹਿਗੁਰੂ ਤੋਂ ਭੁੱਲੇ ਨੇ, ਮੁੰਢੋਂ ਦਾ ਮਤਲਬ ਮੁੱਢ, ਮੂਲ, ਤੇ ਮੁੰਡ ਦਾ ਮਤਲਬ ਫਿਰ ਮੂਲ, ਸਹਾਰਾ। ਜੋ ਮਨੁੱਖ ਪਹਿਲਾਂ ਤੋਂ ਹੀ ਪ੍ਰਭੂ ਵੱਲੋਂ ਖੁੰਝੇ ਹੋਏ ਨੇ, ਕਿੱਥੇ ਪਾਇਨ ਹੱਥ, ਉਹ ਹੱਥ ਕਿੱਥੇ ਪਾਣ, ਕਿਹਨੂੰ ਹੱਥ ਪਾਣ, ਕਿਹਦਾ ਸਹਾਰਾ ਲੈਣ। ਜੋ ਆਰੰਭ ਤੋਂ ਹੀ ਆਦਿ ਪੁਰਖ ਤੋਂ ਖੁੰਝ ਗਿਆ ਹੈ ਉਹ ਕਿਵੇਂ ਪਨਾਹ ਹਾਸਲ ਕਰ ਸਕਦਾ ਹੈ, ਕਿਉਂਕਿ ਸਹਾਰਾ ਤੇ ਰੱਬ ਹੈ ਆਤਮਿਕ ਜੀਵਨ ਦਾ। ਤੇ ਜੋ ਇਨਸਾਨ ਸਤ ਸੰਤੋਖ ਦਇਆ ਧਰਮ ਨਾਲੋਂ ਟੁੱਟ ਗਿਆ ਮਨ ਬਚਨ ਕਰਮ ਕਰਕੇ, ਉਹ ਹੁਣ ਕਿਹਦਾ ਸਹਾਰਾ ਲੈ ਕੇ ਆਪਣਾ ਆਤਮਿਕ ਜੀਵਨ ਬਚਾਏ। ਵਰਤ ਨਰਾਤੇ ਸਰਾਧ ਆਦਿਕ ਜੋ ਇਹ ਕਰਮ ਕਾਂਡ ਨੇ, ਇਹ ਸਾਡੇ ਆਤਮਿਕ ਜੀਵਨ ਨੂੰ ਬਚਾ ਨਹੀਂ ਸਕਦੇ। ਇਹਨਾਂ ਰਾਹੀਂ ਸਾਡੀਆਂ ਖੁਸ਼ੀਆਂ ਕਾਇਮ ਰਹਿੰਦੀਆਂ ਨਹੀਂ। ਆਤਮਿਕ ਜੀਵਨ ਬਚਣਾ ਸੀ ਰੱਬੀ ਗੁਣਾ ਕਰਕੇ, ਰੱਬੀ ਸ਼ਰਨ ਦੇ ਨਾਲ ਜੁੜਿਆ ਅੰਦਰ ਇਨਸਾਨੀਅਤ ਪੈਦਾ ਹੋਣੀ ਸੀ, ਗੁਣ ਬਚਨੇ ਸਨ, ਖੁਸ਼ੀਆਂ ਬਚਣੀਆਂ ਸੀ, ਆਤਮਿਕ ਜੀਵਨ ਬਚਣਾ ਸੀ। ਤੇ ਜਿਹੜੇ ਲੋਕ ਸ਼ੁਰੂ ਤੋਂ ਹੀ ਮੂਲ ਤੋਂ ਹੀ ਟੁੱਟ ਗਏ, ਸੱਚ ਨਾਲੋਂ ਟੁੱਟ ਗਏ, ਰੱਬੀ ਗੁਣਾਂ ਨਾਲੋਂ ਟੁੱਟ ਗਏ, ਉਹ ਕਿੱਥੇ ਹੱਥ ਪਾਣ, ਭਾਵ ਉਹਨਾਂ ਨੂੰ ਕਿਤੇ ਸਹਾਰਾ ਨਹੀਂ ਮਿਲਦਾ। ਉਹਨਾਂ ਦਾ ਜੀਵਨ ਭਟਕਣਾ ਦੇ ਵਿੱਚ, ਦੁੱਖਾਂ ਚਿੰਤਾਵਾਂ ਦੇ ਵਿੱਚ ਬੀਤਦਾ ਹੈ। ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਤਿੰਨੇ ਦਾ ਮਤਲਬ ਉਸਨੇ, ਮਾਰੇ ਦਾ ਮਤਲਬ ਮਾਰੇ ਨੇ, ਕੌਣ, ਕਿੰਨੇ, ਜੇ ਕਰਨ ਕਾਰਨ ਸਮਰੱਥ, ਜੋ ਕਰਨ ਕਾਰਨ ਸਮਰੱਥ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਸੰਚਾਲਨ ਕਰਨ ਵਾਲਾ ਹੈ। ਉਹਨਾਂ ਨਿੰਦਕਾਂ ਨੂੰ ਕਿੰਨੇ ਮਾਰਿਆ? ਉਸ ਪ੍ਰਭੂ ਨੇ। ਉਹ ਰੱਬ ਦੇ ਮਾਰੇ ਹੋਏ ਨੇ। ਹੁਣ ਰੱਬ ਨੇ ਕਿਵੇਂ ਮਾਰਿਆ ਹੈ ਨਹੀਂ ਕਿ ਉਹਨਾਂ ਦਾ ਗਲ ਘੁੱਟ ਕੇ ਮਾਰ ਦਿੱਤਾ ਜਾਂ ਉਹਨਾਂ ਦੀ ਲੱਤ ਬਾਂਹ ਤੋੜ ਦਿੱਤੀ। ਆਤਮਿਕ ਜੀਵਨ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ ਤੇ ਆਤਮਿਕ ਜੀਵਨ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਇਨਸਾਨੀਅਤ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜਦੋਂ ਬੰਦਾ ਕਿਸੇ ਨਾਲ ਈਰਖਾ ਕਰਦਾ ਹੈ, ਵੈਰ ਕਮਾਉਂਦਾ ਹੈ, 2 ਨੰਬਰ ਦੇ ਧੰਦੇ ਕਰਦਾ ਹੈ, ਅੰਦਰੋਂ ਹੋਰ ਹੁੰਦਾ ਹੈ, ਬਾਹਰੋਂ ਹੋਰ ਹੁੰਦਾ ਹੈ, ਤਾਂ ਉਹ ਮਰਿਆ ਹੋਇਆ ਇਨਸਾਨ ਹੀ ਹੁੰਦਾ ਹੈ, ਕਿਉਂਕਿ ਉਹਦੇ ਅੰਦਰ ਇਨਸਾਨੀਅਤ ਨਹੀਂ ਹੈ। ਤੇ ਜੋ ਹਮੇਸ਼ਾ ਕਿਸੇ ਦੀ ਨਿੰਦਿਆ ਹੀ ਕਰਦਾ ਰਹਿੰਦਾ ਹੈ, ਹਮੇਸ਼ਾ ਬਦਖੋਈ ਕਰਦਾ ਹੈ, ਈਰਖਾ ਦੁਆਸ਼ ਦੇ ਅੰਦਰ ਹੈ, ਮਾਨੋ ਉਹਨਾਂ ਨੂੰ ਰੱਬ ਨੇ ਆਪ ਹੀ ਮਾਰ ਦਿੱਤਾ ਹੈ। ਆਤਮਿਕ ਮੌਤੇ ਉਹ ਲੋਕ ਮਰ ਗਏ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਆਦਿਕ ਬਾਕੀ ਨਹੀਂ ਬਚੀ। ਪੌੜੀ ਇੱਥੇ ਤੁਸੀਂ ਦੇਖ ਰਹੇ ਹੋ, ਪੌੜੀ ਦੇ ਨਾਲ ਅੱਗੇ 5 ਅੰਕ ਲਿਖਿਆ ਹੋਇਆ ਹੈ। ਹੁਣ ਤੱਕ ਜਿੰਨੀਆਂ ਅਸੀਂ ਪੌੜੀਆਂ ਪੜ੍ਹੀਆਂ ਨੇ ਉਹਨਾਂ ਦੇ ਨਾਲ ਕੋਈ ਅੰਕ ਨਹੀਂ ਸੀ ਹੈਗਾ, ਲੇਕਿਨ ਇੱਥੇ ਪੌੜੀ ਦੇ ਅੱਗੇ 5 ਲਿਖਿਆ ਹੈ। ਕਿਉਂ ਲਿਖਿਆ? ਕਿਉਂਕਿ ਗੌੜੀ ਕੀ ਵਾਰ ਮਹਿਲਾ ਚੌਥਾ, ਅਸੀਂ ਸ਼ੁਰੂ ਚ ਪੜ੍ਹਿਆ ਸੀ ਨਾ, ਗੌੜੀ ਕੀ ਵਾਰ ਮਹਿਲਾ ਚੌਥਾ। ਵਾਰ ਸਿਰਫ ਪੌੜੀਆਂ ਨੂੰ ਹੀ ਕਹਿੰਦੇ ਨੇ। ਸ਼ਲੋਕ ਗੁਰੂ ਪਾਤਸ਼ਾਹ ਜੀ ਨੇ ਪੌੜੀਆਂ ਦੇ ਨਾਲ ਬਾਅਦ ਦੇ ਵਿੱਚ ਲਾਏ ਨੇ। ਤੇ ਇਹ ਜਿਹੜੀ ਵਾਰ ਹੈ, ਜਿਹੜੀਆਂ ਪੌੜੀਆਂ ਨੇ, ਇਸ ਵਾਰ ਦੇ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੀ ਵਾਰ ਦੇ ਉੱਤੇ ਲਿਖਿਆ ਹੋਇਆ ਨਾ, ਮਹਿਲਾ ਪਹਿਲਾ, ਤੀਜਾ, ਚੌਥਾ, ਪੰਜਵਾਂ, ਉਹ ਉਸ ਗੁਰੂ ਦੀਆਂ ਸਾਰੀਆਂ ਪੌੜੀਆਂ ਹੁੰਦੀਆਂ ਨੇ। ਪਰ ਇਸ ਵਾਰ ਦੇ ਅੰਦਰ ਕੁਝ ਪੌੜੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ ਆ ਗਈਆਂ ਨੇ, ਜਿਹਦੇ ਵਿੱਚ ਕਿਸੇ ਵਾਰ ਦੇ ਨਾਲ ਪੌੜੀ ਮਹਿਲਾ ਪੰਜਵਾਂ ਲਿਖ ਦਿੱਤਾ ਹੈ ਤੇ ਕਈ ਥਾਵਾਂ ਤੇ ਨਿਰਾ 5 ਅੰਕ ਲਿਖਿਆ ਹੈ। ਹੁਣ ਇਸ ਪੌੜੀ ਤੇ ਅੱਗੇ ਜੋ 5 ਲਿਖਿਆ ਨਾ, ਇਹਦਾ ਮਤਲਬ ਕਿ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਪੌੜੀ ਹੈ। ਤੇ ਇਹਦਾ ਉਚਾਰਨ ਅਸੀਂ ਕਰਾਂਗੇ ਪੌੜੀ ਮਹਿਲਾ ਪੰਜਵਾਂ, ਯਾਨੀ ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਜੇ ਕੋਈ ਨਹੀਂ ਵੀ ਪੜਦਾ ਤਾਂ ਉਹਦੀ ਮਰਜ਼ੀ ਹੈ, ਲੇਕਿਨ ਇਹਦਾ ਸੰਕੇਤ ਦਾ ਮਤਲਬ ਇਹ ਹੈ ਕਿ ਇਹ ਪੌੜੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੋ ਪੌੜੀਆਂ ਸਨ ਉਹ ਸਾਰੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਨ। ਤੇ ਜਿਨ੍ਹਾਂ ਪੌੜੀਆਂ ਦੇ ਅੱਗੇ ਕੋਈ ਅੰਕ ਨਹੀਂ ਲਿਖਿਆ ਹੋਏਗਾ ਉਹ ਪੌੜੀਆਂ ਵੀ ਗੁਰੂ ਰਾਮਦਾਸ ਜੀ ਦੀਆਂ ਹੋਣਗੀਆਂ, ਕਿਉਂਕਿ ਵਾਰ ਦੇ ਉੱਤੇ ਸੰਕੇਤ ਦੇ ਦਿੱਤਾ ਹੈ ਗੌੜੀ ਕੀ ਵਾਰ ਮਹਿਲਾ ਚੌਥਾ। ਤਾਂ ਇਹ ਪੌੜੀ ਪੰਜਵੇਂ ਪਾਤਸ਼ਾਹ ਦੀ ਹੈ। ਪੌੜੀ ਮਹਿਲਾ ਪੰਜਵਾਂ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ। ਇੱਥੇ ਰਾਤੀ ਨਹੀਂ ਪੜਨਾ, ਇਹਨੂੰ ਪੜਾਂਗੇ ਰਾਤੀ। ਰਾਤੀ ਦਾ ਮਤਲਬ ਰਾਤਾਂ ਨੂੰ। ਤੁਰਹਿ, ਇਹਨੂੰ ਬਿੰਦੀ ਲਗਾ ਕੇ ਪੜਾਂਗੇ ਤੁਰਹਿ।
ਕਿਉਂਕਿ ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਸਿਹਾਰੀ ਹੁੰਦੀ ਹੈ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਤੀ ਕੀਤਾ ਜਾਂਦਾ ਹੈ। ਲੈ ਫਾਹੇ ਰਾਤੀ ਤੁਰਹੈਂ ਪ੍ਰਭ ਜਾਣੈ ਪ੍ਰਾਣੀ। ਹੁਣ ਮਨੁੱਖ ਰਾਤ ਨੂੰ ਫਾਹੇ ਲੈ ਕੇ ਪਰਾਏ ਘਰਾਂ ਨੂੰ ਲੁੱਟਣ ਵਾਸਤੇ ਤੁਰਦੇ ਨੇ। ਪ੍ਰਭ ਜਾਣੈ ਪ੍ਰਾਣੀ, ਗੁਰੂ ਜੀ ਕਹਿੰਦੇ ਨੇ ਉਹਨਾਂ ਪ੍ਰਾਣੀਆਂ ਨੂੰ, ਉਹਨਾਂ ਇਨਸਾਨਾਂ ਨੂੰ ਰੱਬ ਜਾਣਦਾ ਹੈ, ਯਾਨੀ ਰੱਬ ਤੋਂ ਉਹ ਛਿਪੇ ਹੋਏ ਨਹੀਂ ਹਨ। ਪਹਿਲਾਂ ਚੋਰੀਆਂ ਆਮ ਕਰਕੇ ਰਾਤਾਂ ਨੂੰ ਹੁੰਦੀਆਂ ਸਨ। ਕਿਸੇ ਦੇ ਘਰ ਨੂੰ ਸੰਨ ਲਾਣੀ, ਦੀਵਾਰ ਨੂੰ ਪਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਜਾਣਾ। ਗਰਮੀਆਂ ਵਿੱਚ ਲੋਕ ਬਾਹਰ ਸੁੱਤੇ ਹੁੰਦੇ ਸਨ ਤੇ ਪਿੱਛੋਂ ਕੰਧ ਪਾੜਨੀ ਤੇ ਕੰਧ ਪਾੜ ਕੇ ਸਮਾਨ ਕੱਢ ਕੇ ਲੈ ਜਾਣਾ। ਜਾਂ ਰਾਤ ਨੂੰ ਖਾਸ ਕਰਕੇ ਗਾਵਾਂ ਔਰ ਮੱਝਾਂ ਦੀਆਂ ਚੋਰੀਆਂ ਹੁੰਦੀਆਂ ਸਨ। ਜਾਂ ਜਿਹੜੇ ਖਲਿਹਾਨ ਨੇ, ਜਿਨ੍ਹਾਂ ਨੂੰ ਪੰਜਾਬੀ ਵਿੱਚ ਪੇੜ ਕਹਿੰਦੇ ਨੇ, ਉੱਥੋਂ ਲੋਕ ਦਾਣੇ ਵੀ ਚੁੱਕ ਲੈਂਦੇ ਸਨ। ਛੋਟੇ ਮੋਟੇ ਚੋਰ ਭਰੀਆਂ ਚੁੱਕ ਲੈਂਦੇ ਸਨ, ਕਣਕ ਦੀਆਂ ਭਰੀਆਂ ਪੰਡਾਂ ਚੁੱਕ ਲੈਣੀਆਂ। ਤਾਂ ਰਾਤ ਨੂੰ ਆਮ ਕਰਕੇ ਚੋਰੀਆਂ ਹੁੰਦੀਆਂ ਸੀ। ਸਮੇਂ-ਸਮੇਂ ਅਨੁਸਾਰ ਚੋਰੀਆਂ ਦਾ ਢੰਗ ਬਦਲਦਾ ਜਾਂਦਾ ਹੈ। ਅੱਜ ਜੋ ਨੇ ਚੋਰੀਆਂ ਹੋਰ ਕਿਸਮ ਦੀਆਂ ਨੇ। ਅੱਜ ਲੋਕ ਘਰ ਬੈਠੇ ਹੀ ਬੈਂਕ ਖਾਤੇ ਕਿਸੇ ਦੇ ਹੈਕ ਕਰ ਲੈਂਦੇ ਨੇ। ਗੱਲ ਚੋਰੀਆਂ ਦੀ ਹੈ ਕਿ ਜੋ ਮਨੁੱਖ ਰਾਤ ਨੂੰ ਫਾਹੇ ਲੈ ਕੇ ਤੁਰਦੇ ਨੇ ਪਰਾਏ ਘਰਾਂ ਨੂੰ ਲੁੱਟਣ ਲਈ, ਔਰ ਕਿਸੇ ਦੇ ਘਰ ਨੂੰ ਲੁੱਟ ਵੀ ਲੈਂਦੇ ਨੇ, ਚੋਰੀ ਵੀ ਕਰ ਲੈਂਦੇ ਨੇ, ਫੜੇ ਵੀ ਨਹੀਂ ਜਾਂਦੇ ਤੇ ਇਹ ਸਮਝਦੇ ਨੇ ਕਿ ਅਸੀਂ ਵੇਖੇ ਨਹੀਂ ਗਏ। ਗੁਰੂ ਜੀ ਕਹਿੰਦੇ ਨੇ ਰੱਬ ਉਹਨਾਂ ਨੂੰ ਵੀ ਜਾਣਦਾ ਹੈ। ਰੱਬ ਤੋਂ ਕੁਝ ਛਿਪਿਆ ਹੋਇਆ ਨਹੀਂ ਹੈ, ਕਿਉਂਕਿ ਰੱਬ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਤੇ ਜਦੋਂ ਮੈਂ ਤੁਹਾਡੀ ਚੋਰੀ ਕਰਦਾ ਵਾਂ ਨਾ, ਤੁਹਾਨੂੰ ਬੇਸ਼ੱਕ ਪਤਾ ਨਾ ਵੀ ਲੱਗੇ, ਪਰ ਮੇਰੇ ਅੰਦਰਲਾ ਬੈਠਾ ਰੱਬ ਤੇ ਜਾਣ ਰਿਹਾ ਨਾ ਕਿ ਮੈਂ ਚੋਰੀ ਕਰ ਰਿਹਾ ਹਾਂ। ਮੈਂ ਆਪਣੇ ਆਪ ਤੋਂ ਕਿਵੇਂ ਛੁਪਾ ਸਕਦਾ ਹਾਂ। ਪ੍ਰਭ ਜਾਣੇ ਪ੍ਰਾਣੀ, ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ। ਲੁਕ ਲੁਕ ਕੇ, ਛਿਪ ਕੇ। ਅੰਦਰ ਠਾਣੀ ਦਾ ਮਤਲਬ ਅੰਦਰ ਖਾਤੇ, ਅੰਦਰਲੀ ਥਾਈਂ, ਛਿਪ ਛਿਪ ਕੇ। ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤਰੀਆਂ ਵੱਲ ਤੱਕਦੇ ਨੇ, ਚੋਰੀਆਂ ਕਰਦੇ ਨੇ ਔਰ ਪਰਾਈਆਂ ਇਸਤਰੀਆਂ ਵੱਲ ਤੱਕਦੇ ਨੇ। ਤਾਂ ਉਹ ਰੱਬ ਦੀ ਨਜ਼ਰ ਤੋਂ ਬਚੇ ਹੋਏ ਨਹੀਂ ਹਨ। ਜੇ ਕੋਈ ਕਹੇ ਕਿ ਮੈਂ ਪਰਾਈ ਔਰਤ ਨਾਲ ਮਾੜੀ ਨਜ਼ਰ ਵੱਲ ਤੱਕ ਰਿਹਾ ਤੇ ਮੈਂ ਰੱਬ ਤੋਂ ਬਚਿਆ ਹੋਇਆ ਨਹੀਂ ਹੈ। ਸਿਸਟਮ ਦੇ ਅੰਦਰ ਉਹ ਵਾਚਿਆ ਜਾ ਰਿਹਾ ਹੈ। ਜੋ ਤੁਹਾਡੇ ਅੰਦਰ ਬੈਠਾ ਰੱਬ ਹੈ, ਉਹ ਤੇ ਵੇਖਦਾ ਹੈ ਨਾ ਕਿ ਤੁਸੀਂ ਤੱਕ ਰਹੇ ਹੋ। ਜਿਸ ਔਰਤ ਵੱਲ ਤੱਕ ਰਹੇ ਹੋ, ਉਹ ਵੀ ਤੁਹਾਡੀ ਨਜ਼ਰ ਨੂੰ ਪਛਾਣ ਰਹੀ ਹੈ ਨਾ, ਤੱਕ ਰਹੇ ਹੋ। ਹੋਰ ਵੀ ਜੋ ਲੋਕ ਵੇਖ ਲੈਂਦੇ ਨੇ, ਉਹ ਨਜ਼ਰ ਤੋਂ ਸਮਝ ਆ ਜਾਂਦੀ ਹੈ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਜੇ ਅਸੀਂ ਕਹੀਏ ਕਿ ਅਸੀਂ ਰੱਬੀ ਨਿਜ਼ਾਮ ਤੋਂ, ਰੱਬੀ ਹੁਕਮ ਤੋਂ, ਰੱਬ ਤੋਂ ਬਚੇ ਹੋਏ ਹਾਂ, ਤਾਂ ਉਹ ਮਨੁੱਖ ਦਾ ਇੱਕ ਭੁਲੇਖਾ ਹੋਏਗਾ। ਜਿਵੇਂ ਜਿਵੇਂ ਬੰਦਾ ਕੋਈ ਕਰਮ ਕਰੀ ਜਾਂਦਾ ਹੈ, ਤਿਵੇਂ ਤਿਵੇਂ ਰੱਬੀ ਹੁਕਮ ਦੇ ਅੰਦਰ ਉਹਦੇ ਅੰਦਰ ਉਹ ਸੰਸਕਾਰ ਬਣੀ ਜਾਂਦੇ ਨੇ ਤੇ ਉਸ ਸੁਭਾਅ ਦਾ ਫਲ ਆਉਣ ਵਾਲੇ ਸਮੇਂ ਦੇ ਅੰਦਰ ਉਹਨੂੰ ਮਿਲਦਾ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਲੋਕ ਰਾਤਾਂ ਨੂੰ ਫਾਹੇ ਲੈ ਕੇ ਤੁਰਦੇ ਨੇ ਬੇਗਾਨੇ ਘਰਾਂ ਨੂੰ ਲੁੱਟਣ ਲਈ, ਪਰਾਈਆਂ ਔਰਤਾਂ ਨੂੰ ਤੁੱਕਦੇ ਨੇ, ਛਿਪ ਛਿਪ ਕੇ ਤੱਕਦੇ ਨੇ। ਸੰਨੀ ਦੇਨ ਵਿਖਮ ਥਾਏ ਮਿੱਠਾ ਮਦ ਮਾਣੀ। ਵਿਖਮ ਥਾਏ ਦਾ ਮਤਲਬ ਔਖਾ ਥਾਂ, ਜਿੱਥੇ ਸੰਨ ਲਾਣੀ ਔਖੀ ਹੁੰਦੀ ਹੈ, ਚੋਰੀ ਕਰਨੀ ਔਖੀ ਹੈ, ਉਹ ਉੱਥੇ ਵੀ ਸੰਨ ਲਾ ਲੈਂਦੇ ਨੇ, ਉੱਥੋਂ ਵੀ ਚੋਰੀ ਕਰ ਲੈਂਦੇ ਨੇ, ਕਿਉਂਕਿ ਬੜੇ ਟ੍ਰੇਨਡ ਚੋਰ ਨੇ। ਕਿਵੇਂ ਔਖੇ ਥਾਵਾਂ ਦੇ ਉੱਤੇ ਚੁਬਾਰਿਆਂ ਦੇ ਉੱਤੇ ਤੱਕ ਚੜ ਕੇ ਤੇ ਚੋਰੀਆਂ ਕਰ ਲੈਂਦੇ, ਡਾਕੇ ਮਾਰ ਲੈਂਦੇ ਲੋਕ। ਬੜੀ ਉਹਨਾਂ ਦੀ ਪ੍ਰੈਕਟਿਸ ਹੈ। ਅੱਜ ਕੱਲ ਦੀਆਂ ਚੋਰੀਆਂ ਲਾਈਏ ਤੇ ਦੇਖੋ ਕਿੰਨੀਆਂ ਵੈਬਸਾਈਟਸ ਨੇ ਜਾਂ ਗਵਰਨਮੈਂਟ ਦੀਆਂ ਸਾਈਟਸ ਨੇ, ਤਾਂ ਕਿੰਨਾ ਉਹਨਾਂ ਦੇ ਕੋਲ ਪ੍ਰੋਟੈਕਸ਼ਨ ਹੁੰਦਾ ਹੈ, ਲੇਕਿਨ ਫਿਰ ਵੀ ਲੋਕ ਗੜਬੜ ਕਰ ਜਾਂਦੇ ਨੇ, ਹੈਕ ਕਰ ਲੈਂਦੇ ਨੇ। ਵੈਬਸਾਈਟ ਹੈਕ ਕਰ ਲਈ, ਕਿਸ ਦਾ ਖਾਤਾ ਹੈਕ ਕਰ ਲਿਆ। ਟ੍ਰੇਨਡ ਨੇ ਨਾ, ਜਿੱਥੇ ਔਖਾ ਕੰਮ ਹੈ ਉੱਥੇ ਵੀ ਉਹ ਸੰਨ ਲਾ ਲੈਂਦੇ ਨੇ। ਸੰਨੀ ਦੇਨ ਵਿਖਮ ਥਾਏ। ਸੰਨੀ ਦਾ ਮਤਲਬ ਸੰਨ ਲਾਣਾ, ਵਿਖਮ ਥਾਏ ਦਾ ਮਤਲਬ ਔਖੇ ਥਾਂ, ਜਿੱਥੇ ਚੋਰੀ ਕਰਨੀ ਔਖੀ ਹੈ ਉੱਥੇ ਵੀ ਉਹ ਸੰਨ ਲਾ ਲੈਂਦੇ ਨੇ, ਚੋਰੀ ਕਰ ਲੈਂਦੇ ਨੇ। ਮਿੱਠਾ ਮਦ ਮਾਣੀ, ਤੇ ਸ਼ਰਾਬ ਆਦਿਕ ਨਸ਼ੇ ਵਰਤਦੇ ਨੇ, ਨਸ਼ਈ ਹੋ ਜਾਂਦੇ ਨੇ, ਔਰ ਹੰਕਾਰ ਦਾ ਨਸ਼ਾ ਵਰਤਦੇ ਨਾਲ ਹੰਕਾਰ ਵੀ ਕਰਦੇ ਨੇ। ਬਹੁਤ ਸਾਰੇ ਲੋਕ ਐਸੇ ਤੁਹਾਨੂੰ ਮਿਲ ਜਾਣਗੇ ਜਿਹੜੇ ਜੇਬ ਕਤਰੇ ਵੀ ਹੋਣਗੇ ਨਾ। ਹੁਣ ਜੇਬ ਕਤਰਨਾ ਚੰਗਾ ਕੰਮ ਨਹੀਂ ਹੈ ਨਾ, ਲੇਕਿਨ ਕੋਈ ਜੇਬ ਕਤਰਾ ਕਹਿ ਰਿਹਾ ਹੋਏਗਾ ਮੈਂ ਨਹੀਂ ਕਦੇ ਕਿਸੇ ਨੂੰ ਪਤਾ ਲੱਗਣ ਦਿੱਤਾ। ਬੜੇ ਲੋਕ ਲੁੱਟੇ ਨੇ, ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਹੰਕਾਰ ਕਰ ਰਿਹਾ ਨਾ। ਕਈ ਲੋਕ ਸ਼ਰਾਬ ਪੀ ਰਹੇ ਨੇ,
ਤੇ ਉਹ ਕਹਿੰਦੇ ਨੇ ਭਰਾਵਾ ਮੈਂ ਨਹੀਂ ਕਦੇ ਸ਼ਰਾਬ ਦੇ ਵਿੱਚ ਪਾਣੀ ਪਾਇਆ, ਆਪਾਂ ਤਾਂ ਬਿਨਾਂ ਪਾਣੀ ਤੋਂ ਲੰਘਾ ਦਿੰਦੇ ਆ, ਪੂਰੀ ਬੋਤਲ ਤਾਂ ਮੈਂ ਇਕੱਲਾ ਹੀ ਪੀ ਜਾਂਦਾ ਵਾ। ਹੁਣ ਇਹਦੇ ਵਿੱਚ ਹੰਕਾਰ ਵਾਲੀ ਕਿਹੜੀ ਗੱਲ ਹੈ? ਇੱਕ ਤਾਂ ਮਾੜਾ ਕਰਮ, ਦੂਜਾ ਹੰਕਾਰ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਲੋਕ ਜੋ ਚੋਰੀਆਂ ਕਰਨ ਵਾਲੇ ਨੇ, ਬੇਗਾਨੀਆਂ ਔਰਤਾਂ ਨੂੰ ਤੱਕਣ ਵਾਲੇ ਨੇ, ਸੰਨ ਲਾਉਂਦੇ ਨੇ, ਚੋਰੀ ਕਰਦੇ ਨੇ ਔਖੇ ਥਾਵਾਂ ਤੇ, ਔਰ ਸ਼ਰਾਬ ਆਦਿਕ ਤੇ ਹੋਰ ਨਸ਼ਿਆਂ ਦਾ ਸੇਵਨ ਕਰਦੇ ਨੇ। ਅਗਲਾ ਬਚਨ ਕਰਦੇ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ। ਫਿਰ ਆਪੋ ਆਪਣੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਨੇ। ਹੁਣ ਚੋਰ ਚੋਰੀ ਕਰਦਾ ਫੜਿਆ ਜਾਏ ਤੇ ਜੇਲ੍ਹ ਦੇ ਅੰਦਰ ਜਾਏਗਾ, ਆਖਿਰ ਪਛਤਾਵਾ ਤਾਂ ਹੋਏਗਾ। ਚੋਰ ਚੋਰੀ ਕਰਦਾ ਫੜਿਆ ਜਾਏ, ਉੱਥੇ ਉਹਨੂੰ ਮਾਰ ਕੁਟਾਈ ਹੋਏਗੀ, ਪਛਤਾਵਾ ਤਾਂ ਹੁੰਦਾ ਹੀ ਹੈ ਨਾ। ਚੋਰ ਚੋਰੀ ਕਰਦਾ ਫੜਿਆ ਜਾਏ ਤੇ ਜੇ ਉਹਨੂੰ ਕੋਈ ਕੁਛ ਨਾ ਵੀ ਕਹੇ ਤਾਂ ਉਹਨੂੰ ਨਮੋਸ਼ੀ ਤਾਂ ਹੁੰਦੀ ਹੈ ਨਾ, ਬੇਇੱਜ਼ਤੀ ਤਾਂ ਹੁੰਦੀ ਹੈ। ਬਾਈ ਦੀਵੇ ਹੁਣ ਮੈਂ ਤੁਹਾਡੇ ਸਾਹਮਣੇ ਬੜਾ ਬੀਪਾ ਰਾਣਾ ਬਣਿਆ ਪਿਆ ਹਾਂ, ਤੇ ਕੱਲ ਨੂੰ ਮੰਨ ਲਓ ਮੈਂ ਕਿਸੇ ਗੁਰਦੁਆਰੇ ਸਾਹਿਬ ਚੋਂ ਜਾਂ ਤੁਹਾਡੀ ਕਿਸੇ ਵੀਰ ਭੈਣ ਦੀ ਕੋਈ ਛੋਟੀ ਮੋਟੀ ਚੋਰੀ ਕਰ ਲਵਾਂ, ਕੋਈ 100-200 ਪਾਉਂਡ ਚੁਰਾ ਲਵਾਂ, ਕੋਈ ਫੋਨ ਚੁਰਾ ਲਵਾਂ, ਤੇ ਮੈਂ ਫੜਿਆ ਜਾਵਾਂ ਚੋਰੀ ਕਰਦਾ, ਤੇ ਤੁਸੀਂ ਮੈਨੂੰ ਕੁਛ ਨਾ ਕਹੋ ਤੇ ਇਹ ਨਹੀਂ ਕਹਿ ਦੋ ਕਿ ਵੀਰ ਜੀ ਆ ਕੀ, ਤਾਂ ਮੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ ਨਾ। ਬੰਦਾ ਸ਼ਰਮ ਨਾਲ ਤੇ ਮਰੇਗਾ ਹੀ ਨਾ, ਪਛਤਾਵਾ ਤਾਂ ਹੋਏਗਾ। ਤਾਂ ਆਪੋ ਆਪਣੇ ਕਰਮਾਂ ਅਨੁਸਾਰ ਹਰ ਬੰਦਾ ਪਛਤਾਉਂਦਾ ਹੈ, ਦੁੱਖ ਪਾਉਂਦਾ ਹੈ। ਹਰ ਬੰਦਾ ਹੀ ਪਛਤਾਉਂਦਾ ਹੈ, ਜਿੰਨੇ ਵੀ ਕੋਈ ਮਾੜਾ ਕਰਮ ਕੀਤਾ ਨਾ ਉਹਨੂੰ ਪਛਤਾਣਾ ਪੈਂਦਾ ਹੀ ਹੈ। ਆਪੋ ਆਪਣੇ ਕਰਮ ਅਨੁਸਾਰ, ਜਿਵੇਂ ਕਿਸੇ ਦਾ ਕਰਮ ਹੈ, ਜੇ ਕਿਸੇ ਬੱਚੇ ਨੇ ਮਿਹਨਤ ਨਹੀਂ ਕੀਤੀ, ਫੇਲ ਹੋ ਗਿਆ, ਤਾਂ ਪਛਤਾ ਤੇ ਰਿਹਾ ਹੈ। ਹੁਣ ਕਿੰਨੇ ਲੋਕ ਨੇ ਜਿਹੜੇ ਪਛਤਾਉਂਦੇ ਨੇ, ਕਾਸ਼ ਉਦੋਂ ਪੜ੍ਹ ਲੈਂਦੇ ਤੇ ਸ਼ਾਇਦ ਕੋਈ ਜੌਬ ਮਿਲ ਜਾਂਦੀ। ਕਈ ਵਾਰ ਪਤੀ ਪਤਨੀ ਨੇ ਆਪਸ ਚ ਲੜ ਪਏ, ਛੋਟੀ ਜੀ ਗੱਲ ਤੋਂ ਵੱਖੋ ਵੱਖਰੇ ਰਾਹ, ਆਖਿਰ ਪਛਤਾਵਾ ਤਾਂ ਕਿਤੇ ਹੁੰਦਾ ਹੀ ਹੈ ਕਿ ਜੇ ਉਦੋਂ ਛੋਟੀ ਜੀ ਗੱਲ ਜਰ ਜਾਂਦੇ ਜਾਂ ਆ ਕੰਮ ਨਾ ਕਰਦੇ ਤਾਂ ਅੱਜ ਇਸ ਤਰ੍ਹਾਂ ਨਹੀਂ ਸੀ ਹੋਣਾ, ਰਿਸ਼ਤਾ ਨਾਤਾ ਨਹੀਂ ਸੀ ਟੁੱਟਣਾ, ਜਾਂ ਕੋਈ ਵੀ ਜੈਸਾ ਵੀ ਕਿਸੇ ਦਾ ਕਰਮ ਹੈ, ਆਪੋ ਆਪਣੇ ਕੀਤੇ ਕਰਮ ਅਨੁਸਾਰ ਹਰ ਬੰਦੇ ਨੂੰ ਪਛਤਾਣਾ ਪੈਂਦਾ ਹੈ। ਚੋਰ ਨੂੰ ਵੀ, ਪਰ ਇਸਤਰੀਆਂ ਤੱਕਣ ਵਾਲੇ ਨੂੰ ਵੀ, ਨਿੰਦਿਆ ਕਰਨ ਵਾਲੇ ਨੂੰ ਵੀ ਆਖਿਰ ਪਛਤਾਣਾ ਪੈਂਦਾ ਹੈ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਨਹੀਂ ਹੁੰਦੀ, ਉਹਦੇ ਜੀਵਨ ਵਿੱਚ ਕੋਈ ਮਾਣ ਵਾਲਾ ਕੰਮ ਨਹੀਂ ਹੁੰਦਾ ਕਿ ਉਹ ਮਾਣ ਕਰੇ। ਮਾਣ ਤੇ ਚੰਗੇ ਕੰਮ ਤੇ ਕੀਤਾ ਜਾ ਸਕਦਾ ਨਾ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਮਾਣ ਵਾਲਾ ਕੰਮ ਨਹੀਂ ਹੁੰਦਾ, ਉਹਨਾਂ ਦੀ ਜ਼ਿੰਦਗੀ ਵਿੱਚ ਪਛਤਾਵੇ ਵਾਲੀ ਕਰਮ ਹੀ ਹੁੰਦੇ ਨੇ, ਔਰ ਆਪੋ ਆਪਣੇ ਕਰਮ ਅਨੁਸਾਰ ਹਰ ਬੰਦਾ ਹੀ ਪਛਤਾਉਂਦਾ ਹੈ। ਇਸ ਲਈ ਸਾਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ ਕਿ ਕੋਈ ਐਸਾ ਕਰਮ ਨਾ ਕਰੋ ਜਿਹਦੇ ਕਰਕੇ ਬਾਅਦ ਵਿੱਚ ਪਛਤਾਣਾ ਪਵੇ। ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਜੋ ਇਸਲਾਮ ਦੇ ਵੀਰ ਨੇ ਉਹ ਮੰਨਦੇ ਨੇ ਕਿ ਇਜ਼ਰਾਈਲ ਇੱਕ ਮੌਤ ਦਾ ਫਰਿਸ਼ਤਾ ਹੈ, ਜੋ ਮਾੜੇ ਕੰਮ ਕਰਨ ਵਾਲਿਆਂ ਨੂੰ ਇੰਜ ਪੀੜਦਾ ਜਿਵੇਂ ਕਹਾਣੀ ਦੇ ਵਿੱਚ ਤਿਲ ਪੀਲੇ ਜਾਂਦੇ ਨੇ, ਸਰੋਂ ਪੀੜੀ ਜਾਂਦੀ ਹੈ, ਕੋਲੂ ਦੇ ਵਿੱਚ ਪਾ ਕੇ ਪੀੜਦਾ। ਹੁਣ ਅਜ਼ਰਾਈਲ ਫਰਿਸ਼ਤਾ, ਮੌਤ ਦਾ ਫਰਿਸ਼ਤਾ ਜਿਹੜਾ ਹੈ, ਮਾੜੇ ਕੰਮ ਕਰਨ ਵਾਲਿਆਂ ਨੂੰ ਇੰਜ ਪੀੜਦਾ ਹੈ ਜਿਵੇਂ ਕਹਾਣੀ ਵਿੱਚ ਤਿਲ ਐਵੇਂ ਪੀੜਦਾ। ਤੇ ਉਹ ਪੀੜਦਾ ਕਿਵੇਂ ਹੈ ਕਿ ਦੁੱਖਾਂ ਦੇ ਵਿੱਚ ਆਤਮਿਕ ਮੌਤ, ਜੋ ਕਾਮ ਕ੍ਰੋਧ ਲੋਭ ਆਦਿਕ ਨੇ, ਇਹ ਸਾਰੇ ਜਾਮੀ ਤੇ ਹੈ, ਔਰ ਕਾਮ ਕ੍ਰੋਧ ਆਦਿਕ ਉਸ ਬੰਦੇ ਨੂੰ ਪੀੜਦੇ ਨੇ। ਪੀੜਨ ਦਾ ਮਤਲਬ ਇਹ ਨਹੀਂ ਕਿ ਸਰੀਰ ਉਹਦਾ ਕੋਲੂ ਚ ਪਾਇਆ ਜਾਂਦਾ ਹੈ। ਬੰਦਾ ਦੁਖੀ ਤੇ ਹੁੰਦਾ ਨਾ, ਕਾਮੀ ਆਦਮੀ ਦੁਖੀ ਹੈ, ਕ੍ਰੋਧੀ ਆਦਮੀ ਦੁਖੀ ਹੈ, ਲੋਭੀ ਆਦਮੀ ਦੁਖੀ ਹੈ, ਚਿੰਤਾਵਾਂ ਦੇ ਅੰਦਰ ਉਹ ਬੰਦਾ ਪੀੜਿਆ ਜਾਂਦਾ ਹੈ, ਡਿਪਰੈਸ਼ਨ ਆਦਿਕ ਦੀਆਂ ਬਿਮਾਰੀਆਂ ਉਹਨੂੰ ਹੋ ਜਾਂਦੀਆਂ ਨੇ, ਪਛਤਾਵਾ ਉਹਦੀ ਜ਼ਿੰਦਗੀ ਵਿੱਚ ਹੈ, ਦੁੱਖ ਔਰ ਅਸ਼ਾਂਤੀ ਉਹਦੇ ਜੀਵਨ ਦੇ ਅੰਦਰ ਹੁੰਦਾ ਹੈ। ਇਸ ਤਰ੍ਹਾਂ ਕਾਮ ਕ੍ਰੋਧ ਆਦਿਕ ਉਹਨੂੰ ਪੀੜਦੇ ਨੇ, ਉਹ ਬੰਦਾ ਆਤਮਿਕ ਮੌਤ ਤੇ ਮਰ ਜਾਂਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਆਦਿਕ ਖਤਮ ਹੋ ਜਾਂਦੀ ਹੈ। ਉਹ ਹਮੇਸ਼ਾ ਹੀ ਕੋਲੂ ਦੇ ਵਿੱਚ ਜਿਵੇਂ ਤਿਲ ਪੀੜੇ ਜਾਂਦੇ ਨੇ ਨਾ, ਇਸੇ ਤਰ੍ਹਾਂ ਉਹ ਕਾਮ ਕ੍ਰੋਧ ਔਰ ਨਿੰਦਾ ਆਦਿਕ ਦੇ ਅੰਦਰ ਹਮੇਸ਼ਾ ਹੀ ਪੀੜਿਆ ਰਹਿੰਦਾ ਹੁੰਦਾ ਹੈ, ਹਮੇਸ਼ਾ ਹੀ ਇਹਨਾਂ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ, ਦੁਖੀ ਹੁੰਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਸੇਵਕ ਸੱਚੇ ਸ਼ਾਹ ਕੇ ਸਈ ਪ੍ਰਵਾਨ। ਇਹਨੂੰ ਸਾਹ ਨਹੀਂ ਪੜਨਾ, ਜੇ ਸਾਹ ਪੜਾਂਗੇ ਤਾਂ ਇਹਦਾ ਅਰਥ ਹੋ ਜਾਏਗਾ ਸਵਾਸ, ਜਿਹੜੇ ਅਸੀਂ ਸਾਹ ਲੈਂਦੇ ਆ। ਜਿੱਥੇ ਇਹਦਾ ਅਰਥ ਸਵਾਸ ਹੋਵੇ ਉੱਥੇ ਸਾਹ ਪੜਾਂਗੇ, ਤੇ ਜਿੱਥੇ ਇਸ ਦਾ ਅਰਥ ਹੋਏਗਾ ਸ਼ਾਹੂਕਾਰ ਜਾਂ ਬਾਦਸ਼ਾਹ, ਉੱਥੇ ਪੈਰ ਥੱਲੇ ਬਿੰਦੀ ਲਾਵਾਂਗੇ, ਸੱਸੇ ਦੇ ਸ਼ਾਹ। ਸੇਵਕ ਸੱਚੇ ਸ਼ਾਹ ਕੇ,
ਜੋ ਸੱਚੇ ਪ੍ਰਭੂ ਦੇ ਸੇਵਕ ਨੇ ਸਹੀ ਪ੍ਰਵਾਨ, ਅਸਲ ਦੇ ਅੰਦਰ ਉਹੀ ਪ੍ਰਵਾਨ ਹੁੰਦੇ ਨੇ ਰੱਬੀ ਦਰ ਦੇ ਉੱਤੇ, ਰੱਬ ਦੀ ਨਜ਼ਰ ਵਿੱਚ ਉਹੀ ਪ੍ਰਵਾਨ ਨੇ। ਤੇ ਜਿਹੜੇ ਸੱਚੇ ਪ੍ਰਭੂ ਦੇ ਸੇਵਕ ਨੇ, ਪ੍ਰਭੂ ਦੇ ਦਰ ਤੇ ਪ੍ਰਵਾਨ ਨੇ, ਉਹ ਸੰਸਾਰ ਨੂੰ ਵੀ ਪ੍ਰਵਾਨ ਨੇ, ਉਹ ਰਾਜਿਆਂ ਦੀ ਮਹਿਫਿਲ ਵਿੱਚ ਵੀ ਪ੍ਰਵਾਨ ਨੇ, ਉਹ ਜਿੱਥੇ ਵੀ ਜਾਣ ਉੱਥੇ ਹੀ ਪ੍ਰਵਾਨ ਹੁੰਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜਿਹੜੇ ਸਚਿਆਰ ਨੇ, ਪੰਚ ਨੇ, ਸਚਿਆਰ ਨੇ, ਪ੍ਰਭੂ ਦੇ ਸੇਵਕ ਨੇ, ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਉਹ ਹਰ ਥਾਂ ਤੇ ਹੀ ਪ੍ਰਵਾਨ ਨੇ, ਰੱਬੀ ਦਰ ਤੇ ਪ੍ਰਵਾਨ ਨੇ। ਉਹਨਾਂ ਨੂੰ ਕੋਈ ਅਪਰਵਾਨ ਨਹੀਂ ਕਰਦਾ। ਕਾਰਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਤਾਂ ਨੈਗੇਟਿਵਿਟੀ ਨਹੀਂ ਹੈ, ਸਕਾਰਾਤਮਕ ਸੋਚ ਹੈ, ਉਹ ਚੜ੍ਹਦੀ ਕਲਾ ਵਿੱਚ ਨੇ, ਖੁਸ਼ ਔਰ ਪ੍ਰਸੰਨ ਨੇ। ਤੇ ਦੂਜਾ, ਉਹ ਕਿਸੇ ਦਾ ਬੁਰਾ ਨਹੀਂ ਕਰਦੇ, ਉਹ ਹਮੇਸ਼ਾ ਭਲਾ ਕਰਦੇ ਨੇ, ਭਲਾ ਲੋਚਦੇ ਨੇ, ਭਲਾ ਸੋਚਦੇ ਨੇ, ਭਲਾ ਬੋਲਦੇ ਨੇ, ਭਲਾ ਕਰਦੇ ਨੇ। ਤੇ ਐਸੇ ਇਨਸਾਨ ਜਿੱਥੇ ਵੀ ਜਾਣ ਉੱਥੇ ਹੀ ਪ੍ਰਵਾਨ ਹੁੰਦੇ। ਦੂਜਾ, ਸੇਵਨ ਨਾਨਕਾ ਸੇ ਪਚ ਪਚ ਮੂਏ ਅਜਾਨ। ਪਚ ਪਚ ਦਾ ਮਤਲਬ ਖੱਪ ਖੱਪ ਕੇ, ਸੜ ਸੜ ਕੇ। ਦੂਜਾ ਸੇਵਨ, ਜੋ ਸੱਚੇ ਸ਼ਾਹ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਨੇ, ਯਾਨੀ ਸੱਚੇ ਸ਼ਾਹ ਰੱਬ ਦੇ ਗੁਣਾਂ ਨੂੰ ਛੱਡ ਕੇ ਤੇ ਕਾਮ ਕ੍ਰੋਧ ਦੇ ਅੰਦਰ ਖਚਤ ਨੇ, ਜਾਂ ਈਰਖਾ ਦੁਐਸ਼ ਵਿੱਚ ਫਸੇ ਹੋਏ ਨੇ, ਜਾਂ ਸੱਚੇ ਰੱਬ ਦੇ ਭਾਣੇ ਨੂੰ ਛੱਡ ਕੇ ਤੇ ਕਰਮ ਕਾਂਡਾਂ ਦੇ ਅੰਦਰ ਫਸੇ ਹੋਏ ਨੇ, ਸੰਸਾਰ ਦਾ ਤਿਆਗ ਕਰ ਗਏ, ਵਰਤ ਨਰਾਤੇ ਨੇ, ਜਾਂ ਹੋਰ ਐਸੇ ਕਰਮ ਕਾਂਡ ਕਰ ਰਹੇ ਨੇ। ਪਚ ਪਚ ਮੂਏ ਅਜਾਨ ਦਾ ਮਤਲਬ ਸੜ ਸੜ ਕੇ, ਖੱਪ ਖੱਪ ਕੇ ਮਰ ਜਾਂਦੇ ਨੇ, ਆਤਮਕ ਮੌਤ ਸਹਿੜ ਲੈਂਦੇ ਨੇ। ਹੁਣ ਰੱਬੀ ਗੁਣਾਂ ਨੂੰ ਛੱਡ ਦਿਓ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਇਹਨਾਂ ਨੂੰ ਛੱਡ ਦਿਓ। ਤੇ ਇਹਨਾਂ ਗੁਣਾਂ ਨੂੰ ਛੱਡ ਕੇ ਤੁਸੀਂ ਤੀਰਥਾਂ ਤੇ ਨਹਾਉਂਦੇ ਫਿਰੋ ਜਾਂ ਜਪ ਤਪ ਕਰਦੇ ਫਿਰੋ, ਤਾਂ ਕਿ ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏਗੀ। ਕਾਮ ਕ੍ਰੋਧ ਲੋਭ ਮੋਹ ਈਰਖਾ ਅੰਦਰ ਹੋਏ, ਐਸੇ ਹੀ ਬੋਲ ਹੋਣ, ਐਸਾ ਹੀ ਸੋਚ ਹੋਏ, ਤੇ ਬੰਦਾ ਤੀਰਥਾਂ ਤੇ ਨਹਾਉਂਦਾ ਹੋਏ, ਦਾਨ ਪੁੰਨ ਕਰਦਾ ਹੋਏ, ਕਿ ਉਸ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏਗੀ? ਕਦੇ ਵੀ ਨਹੀਂ। ਇਸ ਲਈ ਇੱਕ ਨੂੰ ਛੱਡ ਕੇ ਜੋ ਦੂਜੇ ਨੂੰ ਸੇਵਦੇ ਨੇ, ਭਾਵ ਜੋ ਵਿਸ਼ੇ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ, ਉਹ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਖੱਪ ਖੱਪ ਕੇ ਅਣਜਾਣ ਮਨੁੱਖ ਆਤਮਕ ਮੌਤੇ ਮਰ ਜਾਂਦੇ ਨੇ, ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ। ਮਹਿਲਾ ਪੰਜਵਾਂ, ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ। ਧੁਰ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ। ਜੋ ਵੀ ਸ਼ੁਰੂ ਤੋਂ ਪ੍ਰਭੂ ਨੇ ਲੇਖ ਲਿਖਿਆ ਹੈ, ਉਹਨੂੰ ਮੇਟਿਆ ਨਹੀਂ ਜਾ ਸਕਦਾ, ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਹੁਣ ਇੱਥੇ ਲੇਖ ਦਾ ਮਤਲਬ ਹੈ ਹੁਕਮ। ਲੇਖ ਦਾ ਮਤਲਬ ਹੁਕਮ। ਜੋ ਰੱਬੀ ਹੁਕਮ ਹੈ ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਜੋ ਰੱਬ ਨੇ ਲੇਖ ਲਿਖ ਦਿੱਤਾ, ਯਾਨੀ ਇਹ ਕੁਦਰਤ ਦੇ ਨਿਯਮ ਬਣਾ ਦਿੱਤੇ, ਜੋ ਰਜ਼ਾ ਭਾਣਾ ਦਾ ਸਿਸਟਮ ਕਹੋ, ਜੋ ਇਹ ਸਿਸਟਮ ਹੈ, ਕਿ ਇਹਨੂੰ ਕੋਈ ਬਦਲ ਸਕਦਾ ਹੈ? ਜੇ ਅਸੀਂ ਚਾਹੀਏ ਕਿ ਅਸੀਂ ਆਕਸੀਜਨ ਤੋਂ ਬਿਨਾਂ ਜਿੰਦੇ ਰਹਿ ਸਕਨੇ ਹਾਂ, ਸਾਹ ਲੈਣ ਤੋਂ ਬਿਨਾਂ, ਤਾਂ ਕੀ ਕੋਈ ਰਹਿ ਸਕਦਾ ਹੈ? ਜੇ ਕੋਈ ਕਹੇ ਕਿ ਮੈਂ ਸੂਰਜ ਨੂੰ ਪੱਛਮ ਵੱਲੋਂ ਚੜਾ ਸਕਣਾ, ਤਾਂ ਕੋਈ ਚੜਾ ਸਕਦਾ ਹੈ? ਜੇ ਕੋਈ ਕਹੇ ਕਿ ਮੈਂ ਮਤਲਬ ਜੌਂ ਬੀਜਾਂ ਤੇ ਉਹਦੀ ਕਣਕ ਉਗਾ ਸਕਣਾ, ਕੋਈ ਐਸਾ ਹੋ ਸਕਦਾ? ਨਹੀਂ ਹੋ ਸਕਦਾ ਨਾ। ਰੱਬੀ ਰਜ਼ਾ ਨੂੰ, ਰੱਬੀ ਭਾਣੇ ਨੂੰ ਬਦਲਿਆ ਨਹੀਂ ਜਾ ਸਕਦਾ, ਮਿਟਾਇਆ ਨਹੀਂ ਜਾ ਸਕਦਾ। ਤੇ ਦੂਜੀ ਗੱਲ ਇਹ ਹੈ ਕਿ ਜੋ ਅਸੀਂ ਸੰਸਕਾਰ ਪੈਦਾ ਕਰਦੇ ਹਾਂ ਆਪਣੇ ਅੰਦਰ, ਜੋ ਕੁਝ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਤੇ ਸਾਡੇ ਅੰਦਰ ਸੰਸਕਾਰ ਬਣੀ ਜਾਂਦੇ ਨੇ, ਆਦਤਾਂ ਬਣੀ ਜਾਂਦੀਆਂ ਨੇ, ਸੁਭਾਅ ਬਣੀ ਜਾਂਦਾ ਹੈ, ਕਿ ਉਹਨੂੰ ਰੱਬੀ ਰਜ਼ਾ ਤੋਂ ਬਿਨਾਂ ਕੋਈ ਬਦਲ ਸਕਦਾ ਹੈ? ਉਹ ਸੁਭਾਅ ਮੁਤਾਬਕ ਹੀ ਉਹ ਜ਼ਿੰਦਗੀ ਜੀਵੇਗਾ ਨਾ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਦੋ ਤਿੰਨ ਉਦਾਹਰਨਾਂ ਮੈਂ ਦੁਬਾਰਾ ਰਿਪੀਟ ਨਹੀਂ ਕਰਦਾ। ਜਿਵੇਂ ਚਿੱਚੜ ਦਾ ਸੁਭਾਅ ਖੂਨ ਪੀਣ ਦਾ, ਜਿਵੇਂ ਮੇਂਢਕ ਗੰਦਗੀ ਖਾਂਦਾ ਹੈ, ਜਿਵੇਂ ਕੁੱਤੇ ਦੀ ਪੂਛ ਹਮੇਸ਼ਾ ਟੇਢੀ ਰਹਿੰਦੀ ਹੈ, ਤਾਂ ਉਸ ਸੁਭਾਅ ਨੂੰ ਨਹੀਂ ਨਾ ਬਦਲਿਆ ਜਾ ਸਕਦਾ। ਜੇ ਕੋਈ ਹੋਰ ਚਾਹੇ ਉਹਨਾਂ ਸੰਸਕਾਰਾਂ ਨੂੰ ਬਦਲਣਾ, ਤਾਂ ਨਹੀਂ ਬਦਲ ਪਾਏਗਾ। ਰੱਬੀ ਰਜ਼ਾ ਦੇ ਵਿੱਚ ਬਦਲਿਆ ਜਾ ਸਕਦਾ। ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ। ਜੋ ਰੱਬ ਦਾ ਹੁਕਮ ਹੈ, ਉਸ ਰੱਬ ਦੇ ਹੁਕਮ ਤੋਂ ਉਲਟ ਨਹੀਂ ਕੁਛ ਕੀਤਾ ਜਾ ਸਕਦਾ। ਮੇਟਣਾ ਨਾ ਜਾਏ ਦਾ ਮਤਲਬ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹਦੇ ਤੋਂ ਉਲਟ ਕੁਛ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਰਾਮ ਨਾਮ ਧਨ ਵਖਰੋ, ਨਾਨਕ ਸਦਾ ਧਿਆਏ। ਧਿਆਏ ਦਾ ਮਤਲਬ ਧਿਆਨ ਵਿੱਚ ਰੱਖ, ਵਖਰ ਦਾ ਮਤਲਬ ਸੌਦਾ, ਨਾਮ ਦਾ ਮਤਲਬ ਹੁਕਮ, ਰਾਮ ਦਾ ਮਤਲਬ ਰਮਿਆ ਹੋਇਆ।
ਕਿ ਜੋ ਰਮਿਆ ਹੋਇਆ ਰੱਬ ਹੈ, ਉਹਦਾ ਹੁਕਮ ਰੂਪ ਜੋ ਸੌਦਾ ਹੈ ਨਾ, ਉਹਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖ। ਰੱਬੀ ਰਜਾ ਦੇ ਵਿੱਚ ਤੁਰ, ਰੱਬੀ ਰਜਾ ਵਿੱਚ ਤੁਰ। ਰੱਬੀ ਗੁਣਾਂ ਦਾ ਜਿਹੜਾ ਸੌਦਾ ਹੈ ਉਹਨੂੰ ਇਕੱਠਾ ਕਰ, ਸਤ ਸੰਤੋਖ ਦਇਆ ਧਰਮ ਆਦਿਕ ਨੂੰ। ਔਰ ਜੋ ਰੱਬੀ ਹੁਕਮ ਦਾ ਕੀਮਤੀ ਸੌਦਾ ਹੈ ਉਹਨੂੰ ਆਪਣੇ ਧਿਆਨ ਦੇ ਵਿੱਚ ਵਸਾ। ਤੇਰਾ ਧਿਆਨ ਵਿੱਚ ਗੱਲ ਹੋਣੀ ਚਾਹੀਦੀ ਹੈ, ਹਮੇਸ਼ਾ ਯਾਦ ਰਹੇ ਕਿ ਹੁਕਮ ਤੋਂ ਉਲਟ ਕੁਛ ਨਹੀਂ ਹੁੰਦਾ, ਲੇਕਿਨ ਹੁਕਮ ਰਜਾ ਦੇ ਅੰਦਰ ਰਹਿ ਕੇ ਬਹੁਤ ਕੁਝ ਹੁੰਦਾ ਹੈ, ਬਹੁਤ ਕੁਝ ਹੋ ਸਕਦਾ ਹੈ, ਬਹੁਤ ਕੁਝ ਪਾਇਆ ਜਾ ਸਕਦਾ ਹੈ, ਬਹੁਤ ਵਿਕਾਸ ਕੀਤਾ ਜਾ ਸਕਦਾ ਹੈ, ਬਹੁਤ ਉੱਚਾ ਆਤਮਿਕ ਜੀਵਨ ਜੀਇਆ ਜਾ ਸਕਦਾ ਹੈ, ਬਹੁਤ ਸਾਰੀਆਂ ਖੁਸ਼ੀਆਂ, ਆਨੰਦ, ਖੇੜਾ ਔਰ ਪ੍ਰਸੰਨਤਾ ਪਾਈ ਜਾ ਸਕਦੀ ਹੈ ਹੁਕਮ ਵਿੱਚ ਰਹਿ ਕੇ, ਹੁਕਮ ਤੋਂ ਬਾਹਰ ਨਹੀਂ। ਦੇਖੋ ਇੱਕ ਸਿੰਪਲ ਜੀ ਮਿਸਾਲ, ਸਾਡੇ ਪਰਿਵਾਰ ਨੇ। ਹੁਣ ਪਰਿਵਾਰਾਂ ਦੇ ਅੰਦਰ ਜੇ ਅਸੀਂ ਚਾਹੁੰਦੇ ਹਾਂ ਖੁਸ਼ੀ, ਤਾਂ ਉਹਦੇ ਵਾਸਤੇ ਕੁਝ ਹੁਕਮ ਹੈ ਨਾ, ਸਿਸਟਮ ਹੈ ਨਾ, ਫਰਜ਼ ਨੇ ਨਾ। ਜੇ ਘਰ ਦਾ ਹਰ ਮੈਂਬਰ ਉਹਨਾਂ ਫਰਜ਼ਾਂ ਨੂੰ ਪੂਰਿਆਂ ਕਰੇਗਾ, ਨਿਯਮ ਦੇ ਵਿੱਚ ਰਹੇਗਾ, ਨਿਯਮਾਂ ਨੂੰ ਫੋਲੋ ਕਰੇਗਾ, ਤਾਂ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ ਰਹੇਗੀ ਨਾ। ਤੇ ਜੇ ਪਰਿਵਾਰ ਦਾ ਕੋਈ ਵੀ ਮੈਂਬਰ ਪਰਿਵਾਰਕ ਨਿਯਮਾਂ ਨੂੰ ਫੋਲੋ ਨਾ ਕਰੇ, ਆਪਣੇ ਫਰਜ਼ਾਂ ਨੂੰ ਨਾ ਨਿਭਾਏ, ਇੱਕ ਦੂਜੇ ਨਾਲ ਬੇਵਿਸ਼ਵਾਸੀ ਕਰੇ, ਜੈਲਸੀ ਕਰੇ, ਤਾਂ ਸ਼ਾਂਤੀ ਨਹੀਂ ਰਹੇਗੀ ਨਾ। ਸ਼ਾਂਤੀ ਤਾਂ ਨਿਯਮਾਂ ਦੇ ਵਿੱਚ ਹੀ ਹੈ ਨਾ। ਹਾਂ, ਨਿਯਮਾਂ ਦੇ ਵਿੱਚ ਰਹਿ ਕੇ ਜਿੰਨੀ ਮਰਜ਼ੀ ਖੁਸ਼ੀ ਪਾ ਲਓ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਅਗੰਮੀ ਹੁਕਮ ਹੈ ਉਹ ਸਭ ਤੋਂ ਕੀਮਤੀ ਸੌਦਾ ਹੈ। ਇਸ ਚੀਜ਼ ਨੂੰ ਧਿਆਨ ਦੇ ਅੰਦਰ ਰੱਖ ਔਰ ਆਪਣਾ ਧਿਆਨ ਰੱਬੀ ਰਜਾ ਦੇ ਵਿੱਚ ਜੋੜ, ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਣ ਦਾ ਯਤਨ ਕਰ। ਪੌੜੀ ਮਹਿਲਾ ਪੰਜਵਾਂ। ਇੱਥੇ ਫਿਰ ਅੰਕ 5 ਹੈ। ਇਹਦਾ ਮਤਲਬ ਇਹ ਪੌੜੀ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੇ ਰੱਖੇ। ਨਾ ਠੂੰਗੜਾ, ਨੱਠ ਠੂੰਗਾ, ਇਹਦਾ ਮਤਲਬ ਨੱਠਣ ਲਈ ਧੱਕਾ। ਜਿਸਨੇ ਨਾਰਾਇਣ ਵੱਲੋਂ ਨੱਠਣ ਲਈ ਧੱਕਾ ਹੀ ਭਾਗਾਂ ਵਿੱਚ ਲਿਆ ਹੋਵੇ, ਉਹ ਪੈਰ ਟਿਕਾ ਕੇ ਕਿੱਥੇ ਰੱਖ ਸਕਦਾ ਹੈ। ਯਾਨੀ ਇੱਕ ਬੱਚਾ ਹੈ, ਇੱਕ ਬੱਚੇ ਨੂੰ ਮਾਂ ਨੇ ਰੇੜਾ ਦੇ ਦਿੱਤਾ ਤੁਰਨ ਲਈ ਜਾਂ ਸਹਾਰਾ ਦਿੱਤਾ, ਤਾਂ ਉਹ ਤੇ ਉਹਦੇ ਨਾਲ ਤੁਰੇਗਾ। ਤੇ ਜੇ ਮਾਂ ਬੱਚੇ ਨੂੰ ਧੱਕਾ ਦੇ ਦੇਵੇ ਤੇ ਕੀ ਉਹ ਬੱਚਾ ਟਿਕ ਸਕਦਾ ਹੈ? ਉਹ ਤੇ ਡਿੱਗੇਗਾ ਨਾ। ਤਾਂ ਜਿਸ ਮਨੁੱਖ ਨੂੰ ਰੱਬ ਵੱਲੋਂ ਹੀ ਠੇਡਾ ਵੱਜਿਆ ਹੋਵੇ, ਪੈਰ ਕਿੱਥੇ ਰੱਖੇ ਦਾ ਮਤਲਬ ਉਹ ਜ਼ਿੰਦਗੀ ਦੇ ਰਾਹ ਦੇ ਉੱਤੇ ਪੈਰ ਕਿਵੇਂ ਟਿਕਾ ਸਕਦਾ ਹੈ। ਨਾ ਠੁੰਗੜਾ ਦਾ ਮਤਲਬ ਹੁੰਦਾ ਹੈ ਠੇਡਾ, ਨੱਠਣ ਵਾਸਤੇ ਧੱਕਾ, ਜਿਵੇਂ ਕੋਈ ਤੁਰ ਰਿਹਾ ਹੈ ਤੇ ਪਿੱਛੋਂ ਕੋਈ ਧੱਕਾ ਮਾਰ ਦੇਵੇ। ਨਾਰਾਇਣ ਦਾ ਮਤਲਬ ਨਾਰਾਇਣ ਤੋਂ, ਕਿਉਂਕਿ ਨਾਰਾਇਣ ਦੇ ਨਾਣੇ ਦੇ ਨਾਲ ਸਿਹਾਰੀ ਹੈ। ਇਹਦਾ ਮਤਲਬ ਨਾਰਾਇਣ ਤੋਂ, ਜਿਸਨੇ ਰੱਬ ਤੋਂ ਧੱਕਾ ਹੀ ਲਿਆ ਹੋਵੇ। ਪੈਰ ਕਿੱਥੇ ਰੱਖੇ, ਉਹ ਜੀਵਨ ਦੇ ਸਹੀ ਮਾਰਗ ਤੇ ਪੈਰ ਕਿਵੇਂ ਰੱਖ ਸਕਦਾ ਹੈ। ਹੁਣ ਇੱਥੇ ਨਾਰਾਇਣ ਤੋਂ ਧੱਕਾ ਲੈਣ ਦਾ ਮਤਲਬ ਹੈ, ਅੰਤਰੀਵ ਜੋ ਭਾਵ ਹੈ ਕਿ ਜੋ ਰੱਬੀ ਰਜ਼ਾ ਤੋਂ ਉਲਟ ਚੱਲ ਰਿਹਾ ਹੈ, ਜੋ ਰੱਬ ਤੋਂ ਬੇਮੁਖ ਹੋ ਗਿਆ ਹੈ, ਕਿ ਉਹ ਜੀਵਨ ਦੇ ਸਹੀ ਮਾਰਗ ਤੇ ਪੈਰ ਕਿਵੇਂ ਧਰ ਸਕਦਾ ਹੈ। ਕਿਉਂਕਿ ਉਹ ਸੱਚ ਤੋਂ ਬਾਗੀ ਹੈ, ਧਰਮ ਤੋਂ ਬਾਗੀ ਹੈ, ਦਇਆ ਤੋਂ ਬਾਗੀ ਹੈ, ਇਨਸਾਨੀਅਤ ਤੋਂ ਬਾਗੀ ਹੈ। ਤਾਂ ਉਹ ਜੀਵਨ ਦੇ ਸਹੀ ਮਾਰਗ ਤੇ ਪੈਰ ਕਿਵੇਂ ਰੱਖੇ, ਕਿਵੇਂ ਸਹੀ ਜ਼ਿੰਦਗੀ ਜੀ ਸਕਦਾ ਹੈ, ਕਿਵੇਂ ਉਹ ਸ਼ਾਂਤੀ ਹਾਸਲ ਕਰ ਸਕਦਾ ਹੈ, ਕਿਵੇਂ ਉਹਦੀ ਜ਼ਿੰਦਗੀ ਵਿੱਚ ਟਿਕਾਵ ਆ ਸਕਦਾ ਹੈ। ਉਹਦੇ ਜੀਵਨ ਵਿੱਚ ਟਿਕਾਵ ਆਏਗਾ ਹੀ ਨਹੀਂ। ਉਹਦਾ ਮਨ ਵਿਕਾਰਾਂ ਵਿੱਚ ਹੀ ਭਟਕਦਾ ਰਹੇਗਾ, ਉਹਦਾ ਮਨ ਨੈਗੇਟਿਵਿਟੀ ਵੱਲ ਹੀ ਭਟਕਦਾ ਰਹੇਗਾ, ਕਿਉਂਕਿ ਉਹ ਪ੍ਰਭੂ ਤੋਂ ਬੇਮੁਖ ਹੋ ਗਿਆ ਹੈ। ਇਸੇ ਨੂੰ ਕਹਿੰਦੇ ਨੇ ਧੱਕਾ ਲੈਣਾ। ਰੱਬ ਨੇ ਧੱਕਾ ਦੇ ਦਿੱਤਾ, ਮੀਨਸ ਕਿ ਬੰਦਾ ਰੱਬ ਤੋਂ ਬੇਮੁਖ ਜਿਹੜਾ ਹੋ ਗਿਆ, ਉਹ ਜੀਵਨ ਦੇ ਸਹੀ ਰਾਸਤੇ ਤੇ ਚੱਲ ਨਹੀਂ ਪਾਏਗਾ। ਇਸ ਲਈ ਜੇ ਜੀਵਨ ਦੇ ਸਹੀ ਰਾਸਤੇ ਤੇ ਚੱਲਣਾ ਹੈ ਤਾਂ ਫਿਰ ਸਾਨੂੰ ਪ੍ਰਭੂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ, ਰੱਬੀ ਰਜਾ ਦੇ ਵਿੱਚ ਤੁਰਨਾ ਚਾਹੀਦਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਕਰਦਾ ਪਾਪ ਅਮਿਤਿਆਂ ਨਿਤ ਵਿਸੋ ਚੱਖੈ। ਅਮਿਤਿਆਂ ਦਾ ਮਤਲਬ ਅਮਿਣਵੇਂ, ਬੇਅੰਤ, ਜਿਨ੍ਹਾਂ ਦੀ ਕੋਈ ਮਿੱਤੀ ਨਹੀਂ, ਜਿਨ੍ਹਾਂ ਦਾ ਕੋਈ ਮਾਪ ਤੋਲ ਨਹੀਂ, ਉਹ ਬੇਅੰਤ ਪਾਪ ਕਰਦਾ ਹੈ। ਨਿਤ ਵਿਸ਼ੋ ਚੱਖੈ, ਵਿਸ਼ੋ ਦਾ ਮਤਲਬ ਵਿਸ਼, ਜ਼ਹਿਰ, ਤੇ ਨਿਤ ਹੀ ਉਹ ਜ਼ਹਿਰ ਚੱਖਦਾ ਹੈ, ਜ਼ਹਿਰ ਖਾਂਦਾ ਹੈ, ਪਾਪ ਕਰਦਾ ਹੈ ਤੇ ਪਾਪਾਂ ਦਾ ਜਿਹੜਾ ਫਲ ਹੈ ਜ਼ਹਿਰ ਦੇ ਰੂਪ ਵਿੱਚ ਖਾ ਰਿਹਾ ਹੈ।
ਹੁਣ ਇਹ ਵਿਸ਼ੇ ਵਿਕਾਰ ਜ਼ਹਿਰ ਹੀ ਨੇ। ਜਿਹੜੀ ਜ਼ਹਿਰ ਖਾਣ ਦੇ ਨਾਲ ਸਰੀਰ ਦੀ ਮੌਤ ਹੋ ਜਾਏ ਉਹਨੂੰ ਵੀ ਜ਼ਹਿਰ ਕਹਿੰਦੇ ਨੇ, ਤੇ ਜਿਹੜੇ ਕਰਮ ਕਰਨ ਦੇ ਨਾਲ ਬੰਦੇ ਦੀ ਜ਼ਮੀਰ ਮਰ ਜਾਏ ਉਹਨੂੰ ਵੀ ਜ਼ਹਿਰ ਹੀ ਕਹਿੰਦੇ। ਹਰ ਰੋਜ਼ ਪਾਪ ਕਰ ਰਿਹਾ ਹੈ, ਹਰ ਰੋਜ਼ ਜ਼ਹਿਰ ਖਾ ਰਿਹਾ ਹੈ, ਚਸਕੇ ਵਿਸ਼ੇ ਵਿਕਾਰਾਂ ਦੇ, ਪਰਾਈਆਂ ਇਸਤਰੀਆਂ, ਪਰਾਇਆ ਧਨ, ਲੋਭ ਲਾਲਚ, ਇਹਨਾਂ ਦੇ ਵਿੱਚ ਹੀ ਹਮੇਸ਼ਾ ਪਿਆ ਰਹਿੰਦਾ ਹੈ, ਗੁਨਾਹ ਹੀ ਕਰਦਾ ਹੈ। ਔਰ ਗੁਨਾਹ ਕਰਦਾ ਹੋਇਆ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਹਰ ਰੋਜ਼ ਹਰ ਪਲ ਖਾ ਰਿਹਾ ਹੈ। ਨਿੰਦਾ ਕਰਦਾ ਪਛਮੂਆ ਵਿੱਚ ਦੇਹੀ ਭਖੈ। ਭਖੈ ਦਾ ਮਤਲਬ ਸੜਦਾ ਹੈ, ਭਖਦਾ ਹੈ। ਪਛਮੂਆ ਦਾ ਮਤਲਬ ਸੜ ਕੇ ਮਰਦਾ ਹੈ। ਦੂਜਿਆਂ ਦੇ ਐਬ ਢੂੰਡ ਢੂੰਡ ਕੇ ਖੁਆਰ ਹੁੰਦਾ ਹੈ। ਨਿੰਦਾ ਕਰਦਾ ਹੋਇਆ ਮਤਲਬ ਦੂਜਿਆਂ ਦੇ ਐਬ ਢੂੰਡਣੇ। ਨਿੰਦਾ ਅਸੀਂ ਤਾਂ ਹੀ ਕਰਾਂਗੇ ਜੇ ਦੂਜਿਆਂ ਦੇ ਐਬ ਢੂੰਡਾਂਗੇ। ਫਲਾਂ ਬੰਦੇ ਦੀ ਬੋਲੀ ਨਹੀਂ ਚੰਗੀ, ਉਹਦਾ ਵਿਹਾਰ ਨਹੀਂ ਚੰਗਾ, ਉਹ ਕੱਪੜੇ ਪਾਉਣ ਦਾ ਨਹੀਂ ਉਹਨੂੰ ਪਤਾ, ਉਹਨੂੰ ਰੋਟੀ ਖਾਣ ਦਾ ਨਹੀਂ ਪਤਾ, ਉਹਨਾਂ ਨੇ ਮਕਾਨ ਗਲਤ ਲੈ ਲਿਆ, ਉਹਨਾਂ ਨੇ ਇਹ ਕਰ ਲਿਆ। ਯਾਨੀ ਐਬ, ਦੂਜਿਆਂ ਦੇ ਐਬ, ਦੂਜਿਆਂ ਦੇ ਗੁਣਾਂ ਨੂੰ ਵੀ ਔਗਣ ਬਣਾ ਬਣਾ ਕੇ ਪੇਸ਼ ਜਿਹੜਾ ਕਰਦਾ ਹੈ ਨਾ, ਪਛਮੂਆ ਦਾ ਮਤਲਬ ਉਹ ਖੱਪ ਖੱਪ ਕੇ ਮਰਦਾ ਹੈ, ਆਤਮਕ ਮੌਤ ਸਹਿੜਦਾ ਹੈ। ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ। ਜੇ ਤੇ ਅਸੀਂ ਕਿਸੇ ਦੂਜੇ ਦੇ ਗੁਣਾਂ ਦੀ ਸਿਫਤ ਕਰਦੇ ਹਾਂ ਨਾ, ਤਾਂ ਸਾਨੂੰ ਵੀ ਖੁਸ਼ੀ ਮਿਲਦੀ ਹੈ, ਔਰ ਦੂਜੇ ਲੋਕ ਵੀ ਖੁਸ਼ ਹੋਣਗੇ ਕਿ ਯਾਰ ਇਸ ਬੰਦੇ ਦੀ ਕਿੰਨੀ ਚੰਗੀ ਬਿਰਤੀ ਹੈ ਕਿ ਇਹ ਕਿਸੇ ਦੇ ਗੁਣਾਂ ਤੋਂ, ਕਿਸੇ ਦੇ ਵਿਕਾਸ ਤੋਂ ਖੁਸ਼ੀ ਮਾਣ ਰਿਹਾ ਹੈ, ਤਾਂ ਮੇਰੇ ਵੀ ਵਿਕਾਸ ਤੋਂ ਇਹ ਖੁਸ਼ੀ ਮਾਣਦਾ ਹੋਵੇਗਾ। ਔਰ ਜੋ ਬੰਦਾ ਕਿਸੇ ਦੀ ਦੂਜੇ ਦੀ ਸਿਫਤ ਕਰ ਰਿਹਾ ਹੈ ਸੱਚੇ ਗੁਣਾਂ ਦੀ, ਉਹਦੇ ਆਪਣੇ ਅੰਦਰ ਵੀ ਉਹ ਗੁਣ ਆਉਣ ਦੀ ਸੰਭਾਵਨਾ ਬਣ ਜਾਏਗੀ। ਪਰ ਜਿਹੜਾ ਬੰਦਾ ਵੇਖ ਹੀ ਐਬ ਰਿਹਾ ਹੈ, ਉਹਦੀ ਆਦਤ ਉਸ ਮੱਖੀ ਵਰਗੀ ਹੈ ਜੋ ਫੁੱਲ ਨੂੰ ਛੱਡ ਕੇ ਵਿਸ਼ਟਾ ਦੇ ਉੱਤੇ ਜਾ ਬਹਿੰਦੀ ਹੈ। ਉਸ ਗੰਦਗੀ ਦੀ ਮੱਖੀ ਵਰਗਾ ਹੈ ਉਹ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਨਿੰਦਾ ਕਰਦਾ ਕਰਦਾ, ਦੂਜਿਆਂ ਦੇ ਔਗਣ ਢੂੰਡਦਾ ਢੂੰਡਦਾ, ਆਖਿਰ ਵਿਕਾਰਾਂ ਦੇ ਵਿੱਚ ਸੜ ਸੜ ਕੇ ਦੁਖੀ ਹੁੰਦਾ, ਆਤਮਕ ਮੌਤੇ ਮਰ ਜਾਂਦਾ ਹੈ। ਤੇ ਦੇਹੀ ਭਖੇ ਦਾ ਮਤਲਬ ਆਪਣੇ ਆਪ ਦੇ ਵਿੱਚ ਹੀ ਸੜਦਾ ਰਹਿੰਦਾ ਹੈ, ਦੇਹੀ ਦੇ ਵਿੱਚ ਹੀ ਸੜਦਾ ਰਹਿੰਦਾ ਹੈ, ਆਪਣੇ ਆਪ ਵਿੱਚ ਹੀ ਸੜਦਾ ਰਹਿੰਦਾ ਹੈ, ਕ੍ਰਿਜਦਾ ਰਹਿੰਦਾ ਹੈ। ਉਹਨੂੰ ਇਕੱਲੇ ਨੂੰ ਵੀ ਸ਼ਾਂਤੀ ਨਹੀਂ ਤੇ ਜਨਤਾ ਵਿੱਚ ਵੀ ਸ਼ਾਂਤੀ ਨਹੀਂ। ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੇ। ਤਾਂ ਗੁਰੂ ਜੀ ਕਹਿੰਦੇ ਨੇ, ਸਮਝੋ ਉਹ ਤੇ ਰੱਬ ਵੱਲੋਂ ਮਾਰਿਆ ਹੋਇਆ ਹੈ, ਤੇ ਉਹਨੂੰ ਕੌਣ ਰੱਖੇ, ਉਹਨੂੰ ਕੌਣ ਬਚਾਏ, ਉਹਦੀ ਸਹਾਇਤਾ ਕੌਣ ਕਰੇ ਜੋ ਰੱਬ ਦਾ ਮਾਰਿਆ ਹੋਵੇ। ਹੁਣ ਰੱਬ ਨੇ ਜ਼ਿੰਦਗੀ ਦੇਣੀ ਹੈ, ਤੇ ਜੇ ਰੱਬ ਤੋਂ ਹੀ ਮੌਤ ਲੈ ਲਵੇ ਤਾਂ ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਪਾਣੀ ਨੇ ਜੀਵਨ ਦੇਣਾ ਹੈ, ਤੇ ਜਿਹੜੀ ਫਸਲ ਨੂੰ ਪਾਣੀ ਹੀ ਮੌਤ ਦੇ ਦੇਵੇ ਉਹ ਦੁਬਾਰਾ ਹਰੀ ਭਰੀ ਨਹੀਂ ਹੁੰਦੀ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਜੇ ਫਸਲ ਸੁੱਕ ਰਹੀ ਹੈ ਨਾ ਪਾਣੀ ਤੋਂ ਬਿਨਾ, ਉਹਨੂੰ ਵਕਤ ਨਾਲ ਪਾਣੀ ਮਿਲ ਜਾਏ ਤੇ ਉਹ ਹਰੀ ਭਰੀ ਹੋ ਜਾਂਦੀ। ਤੇ ਜੇ ਬਰਸਾਤ ਜ਼ਿਆਦਾ ਪੈ ਜਾਏ ਤੇ ਕਣਕ ਵਗੈਰਾ ਜਾਂ ਕੋਈ ਫਸਲ ਪਾਣੀ ਵਿੱਚ ਡੁੱਬ ਜਾਏ ਔਰ ਡੁੱਬ ਕੇ ਗਲ ਜਾਏ, ਮੁੜ ਕੇ ਉਹ ਫਸਲ ਹਰੀ ਨਹੀਂ ਹੁੰਦੀ। ਹੁਣ ਜਿਹੜਾ ਬੰਦਾ ਆਤਮਕ ਮੌਤੇ ਮਰ ਰਿਹਾ ਹੈ, ਜੇ ਉਹ ਬਾਣੀ ਨਾਲ ਜੁੜ ਜਾਏ, ਰੱਬੀ ਗੁਣਾਂ ਦੇ ਨਾਲ ਜੁੜ ਜਾਏ, ਤਾਂ ਉਹਦਾ ਆਤਮਕ ਜੀਵਨ ਉਹਨੂੰ ਮਿਲ ਸਕਦਾ ਹੈ, ਉਹਦਾ ਬਚਾਅ ਹੋ ਜਾਏਗਾ, ਉਹਦਾ ਜੀਵਨ ਹਰਾ ਭਰਾ ਹੋ ਜਾਏਗਾ। ਪਰ ਜਿਹੜਾ ਸਭ ਕੁਝ ਬੰਦਾ ਜਾਣਦਾ ਬੁੱਝਦਾ ਹੈ ਕਿ ਸੱਚ ਬੋਲਣ ਦਾ ਫਾਇਦਾ ਹੈ, ਦਇਆ ਕਰਨ ਦਾ ਲਾਭ ਹੈ, ਤੇ ਜੇ ਇਹ ਚੀਜ਼ ਜਾਣਦਾ ਬੁੱਝਦਾ ਵੀ ਇਹਨਾਂ ਗੁਣਾਂ ਦਾ ਧਾਰਨੀ ਨਾ ਹੋਵੇ ਤੇ ਉਹਨੂੰ ਕੌਣ ਬਚਾ ਸਕਦਾ? ਉਹ ਤੇ ਆਪ ਮੌਤ ਸਹਿੜ ਰਿਹਾ ਨਾ। ਤਾਂ ਜੋ ਸੱਚੇ ਸਾਹਿਬ ਮਾਰਿਆ ਦਾ ਮਤਲਬ ਜੋ ਰੱਬ ਵੱਲੋਂ ਬੇਮੁਖ ਹੈ, ਰੱਬੀ ਰਜ਼ਾ ਤੋਂ ਬਾਗੀ ਹੈ, ਕੌਣ ਉਹਨੂੰ ਬਚਾ ਸਕਦਾ ਹੈ ਆਤਮਕ ਮੌਤੇ ਮਰਨ ਤੋਂ? ਭਾਵ ਕੋਈ ਨਹੀਂ ਬਚਾ ਸਕਦਾ, ਉਹਦੀ ਆਤਮਕ ਮੌਤ ਨਿਸ਼ਚਿਤ ਹੈ। ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖ ਹੈ। ਅਲਖ ਹੈ ਦਾ ਮਤਲਬ ਅਲਖ, ਅਦ੍ਰਿਸ਼ਟ, ਜੋ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਪੁਰਖ ਦਾ ਮਤਲਬ ਰਮਿਆ ਹੋਇਆ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜੇ ਤੂੰ ਇਸ ਜ਼ਹਿਰ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਪ੍ਰਭੂ ਦੀ ਸ਼ਰਨ ਲੈ ਜਿਹੜਾ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਪੁਰਖ ਦਾ ਮਤਲਬ ਕਾਇਨਾਤ ਦੇ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ, ਔਰ ਜਿਹੜਾ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਤੇ ਉਹ ਅੱਖਾਂ ਹੋਰ ਨੇ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਿਸਣ ਦੋਵਾਂ ਪਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਅੱਖਾਂ ਨਾਲ ਮੇਰਾ ਰੱਬ ਦਿਸਦਾ ਹੈ। ਤਾਂ ਇਹਦਾ ਮਤਲਬ ਇਹ ਨਹੀਂ ਵੀ ਇਹ ਡੇਲੇ ਕੱਢ ਕੇ ਤੇ ਦੂਜੇ ਡੇਲੇ ਪਵਾਉਣੇ ਪੈਣਗੇ।
ਇਹ ਰੈਟੀਨਾ ਕੱਢ ਕੇ ਦੂਜਾ ਪਾਣਾ ਪਏਗਾ, ਅੱਖਾਂ ਬਦਲਣੀਆਂ ਪੈਣਗੀਆਂ, ਅੱਖਾਂ ਇਹੀ ਰਹਿਣੀਆਂ ਨੇ। ਤਾਂ ਉਹ ਅੱਖਾਂ ਜਿਨ੍ਹਾਂ ਨਾਲ ਰੱਬ ਦਿਸਦਾ ਹੈ, ਉਹਦਾ ਮਤਲਬ ਹੈ ਸੋਚ। ਨਾਨਕ ਸੇ ਅੱਖੜੀਆਂ ਬਿਆਨ, ਉਹ ਵੇਖਣ ਵਾਲੀ ਸੋਚ ਹੋਰ ਹੈ, ਜਿਸ ਸੋਚ ਦੇ ਨਾਲ ਸਾਰਿਆਂ ਵਿੱਚ ਰੱਬ ਦਿਸਦਾ ਹੈ। ਇਸ ਲਈ ਜਦੋਂ ਸੋਚ ਬਦਲੇਗੀ ਨਾ, ਤਾਂ ਇਹਨਾਂ ਅੱਖਾਂ ਦਾ ਤੱਕਣਾ ਬਦਲ ਜਾਏਗਾ। ਇਹ ਥੋੜੀ ਜੀ ਗੱਲ ਸਮਝਣ ਵਾਲੀ ਹੈ। ਇਹ ਮਿਸਾਲ ਮੈਂ ਆਮ ਦੇ ਰਿਹਾ ਰੋਜ਼, ਕਿਉਂਕਿ ਇਹ ਜ਼ਰੂਰੀ ਨੇ, ਇਹਨਾਂ ਚੀਜ਼ਾਂ ਰਾਹੀਂ ਸਾਨੂੰ ਸਮਝ ਆ ਜਾਂਦੀ ਹੈ। ਸਾਡੀ ਆਪਣੀ ਧੀ ਭੈਣ ਹੈ, ਅੱਖਾਂ ਇਹੀ ਵੇਖ ਰਹੀਆਂ ਨੇ ਨਾ, ਲੇਕਿਨ ਪਿੱਛੇ ਬਿਰਤੀ ਸੋਚ ਕੋਈ ਹੋਰ ਹੈ, ਸੋਚ ਧੀ ਭੈਣ ਵਾਲੀ ਹੈ। ਪਰ ਬੇਗਾਨੀ ਕੋਈ ਧੀ ਭੈਣ ਆ ਗਈ ਹੈ, ਅੱਖਾਂ ਤੇ ਇਹੀ ਨੇ, ਪਰ ਇਹਨਾਂ ਅੱਖਾਂ ਰਾਹੀਂ ਵੇਖਣ ਵਾਲੀ ਜਿਹੜੀ ਪਿਛਲੀ ਸੋਚ ਹੈ ਉਹ ਬਦਲ ਗਈ ਹੈ। ਹੁਣ ਉਹ ਧੀ ਭੈਣ ਨਹੀਂ ਦਿਸ ਰਹੀ, ਉਹ ਹੁਣ ਕੁਝ ਹੋਰ ਦਿਸ ਰਹੀ ਹੈ। ਇਸੇ ਤਰ੍ਹਾਂ ਜੋ ਮੇਰੇ ਸਾਹਮਣੇ ਤੁਸੀਂ ਵੀਰ ਭੈਣਾਂ ਬੈਠੇ ਹੋ, ਤੁਹਾਨੂੰ ਮੈਂ ਕਿਸ ਸੋਚ ਨਾਲ ਵੇਖ ਰਿਹਾ? ਇੱਕ ਤਾਂ ਸੋਚ ਹੈ ਸਭ ਮੈਂ ਜੋਤ ਜੋਤ ਹੈ ਸੋਏ, ਕਿ ਇਹ ਸਾਰਿਆਂ ਲੋਕਾਂ ਦੇ ਵਿੱਚ ਪ੍ਰਭੂ ਦੀ ਜੋਤ ਹੈ, ਤੇ ਮੈਂ ਉਸ ਸੋਚ ਨਾਲ ਤੁਹਾਡੇ ਨਾਲ ਵਿਹਾਰ ਕਰਦਾ ਭੈਣਾਂ ਭਰਾਵਾਂ ਦੀ ਤਰ੍ਹਾਂ, ਔਰ ਸੱਚਾ ਮਿਲਵਰਤਨ ਕਰਦਾ ਹਾਂ। ਰੱਬ ਦਾ ਰੂਪ ਸਮਝ ਕੇ ਤੁਹਾਡੇ ਨਾਲ ਰੱਬ ਵਰਗਾ ਪਿਆਰ, ਰੱਬ ਵਰਗਾ ਸਤਿਕਾਰ ਕਰਦਾ। ਤਾਂ ਇਹ ਮੇਰੀ ਸੋਚ ਹੈ ਰੱਬ ਨੂੰ ਵੇਖਣ ਵਾਲੀ। ਅੱਖਾਂ ਉਹੀ ਨੇ, ਪਿੱਛੇ ਸੋਚ ਬਦਲ ਗਈ ਹੈ। ਹੁਣ ਤੁਹਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ, ਲੇਕਿਨ ਜੇ ਮੈਂ ਤੁਹਾਨੂੰ ਦੇਖ ਰਿਹਾ ਕਿ ਇਹ ਫਲਾਂ ਜਾਤ ਦਾ ਹੈ, ਇਹ ਉਸ ਪਾਰਟੀ ਦਾ ਹੈ, ਇਹ ਫਲਾਣੇ ਗਰੁੱਪ ਦਾ ਬੰਦਾ ਹੈ, ਅੱਖਾਂ ਇਹੀ ਨੇ, ਪਰ ਹੁਣ ਤੁਹਾਡੇ ਵਿੱਚ ਰੱਬ ਨਹੀਂ ਦਿਸ ਰਿਹਾ। ਹੁਣ ਪਾਰਟੀ ਦਿਸ ਰਹੀ ਹੈ, ਗਰੁੱਪ ਦਿਸ ਰਹੇ ਨੇ, ਜਾਤ ਦਿਸ ਰਹੀ ਹੈ, ਦੁਸ਼ਮਣ ਦਿਸ ਰਿਹਾ ਹੈ, ਮਿੱਤਰ ਦਿਸ ਰਿਹਾ ਹੈ। ਇਸ ਲਈ ਸਾਨੂੰ ਉਹ ਨਹੀਂ ਦਿਸਦਾ, ਸੋਚ ਬਦਲਣੀ ਪਵੇਗੀ। ਜਿਹੜੀ ਸੋਚ ਨਾਲ ਅਸੀਂ ਜ਼ਿੰਦਗੀ ਜੀ ਰਹੇ ਹਾਂ ਨਾ, ਇਹ ਸੋਚ ਨਾਲ ਰੱਬ ਨਹੀਂ ਪ੍ਰਗਟ ਹੁੰਦਾ। ਸੋਚ ਬਦਲਣੀ ਪਵੇਗੀ, ਤਾਂ ਉਹ ਅਲੱਖ ਹੈ। ਸਾਨੂੰ ਤਾਂ ਨਹੀਂ ਦਿਸਦਾ ਕਿਉਂਕਿ ਮੇਰੀ ਸੋਚ ਪੈ ਮਾੜੀ ਹੈ ਤੁਹਾਡੇ ਵਿੱਚ ਰੱਬ ਸਭੇ ਕਟ ਰਾਮ ਬੋਲੇ। ਗੁਰੂ ਜੀ ਕਹਿਣਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕਿ ਆ ਸੋਹਣੇ ਸੋਹਣੇ ਨੱਕ, ਸੋਹਣੇ ਸੋਹਣੇ ਵਾਲ ਇਹ ਰੱਬ ਦੇ ਹੀ ਨੇ। ਸਹਿਜ ਤਵ ਨੈਣ, ਹਜ਼ਾਰਾਂ ਅੱਖਾਂ ਆ ਰੱਬ ਦੀਆਂ ਹੀ ਅੱਖਾਂ ਨੇ। ਪਰ ਮੇਰੀ ਸੋਚ ਨਹੀਂ ਨਾ ਐਸੀ, ਮੇਰੀ ਸੋਚ, ਮੇਰੀ ਮੈਂਟੈਲਿਟੀ ਐਸੀ ਨਹੀਂ ਹੈ। ਤਾਂ ਰੱਬ ਦੀਆਂ ਅੱਖਾਂ ਹੁੰਦਿਆਂ ਹੋਇਆਂ ਵੀ ਮੈਨੂੰ ਰੱਬ ਨਹੀਂ ਦਿਸ ਰਿਹਾ, ਇਸ ਲਈ ਅਲੱਖ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਸ ਪ੍ਰਭੂ ਦੀ ਸ਼ਰਨ ਦੇ ਅੰਦਰ ਜਾ ਜੋ ਰਮਿਆ ਹੋਇਆ ਹੈ, ਜਿਹੜਾ ਅਲੱਖ ਹੈ। ਜਦੋਂ ਗੁਰੂ ਦੱਸੇ ਰਾਹਾਂ ਤੇ ਤੁਰੇਗਾ, ਉਹਦੀ ਸ਼ਰਨ ਵਿੱਚ ਜਾਏਗਾ, ਫਿਰ ਉਹ ਅਲੱਖ ਵੀ ਦਿਸ ਜਾਏਗਾ। ਸੋ ਦੇਖਿਆ ਗੁਰਮੁਖ ਆਖੀ, ਉਹਨੂੰ ਗੁਰਮੁਖਾਂ ਨੇ ਇਹਨਾਂ ਅੱਖਾਂ ਦੇ ਨਾਲ ਹੀ ਵੇਖ ਲਿਆ। ਅੱਖਾਂ ਇਹ ਰਹਿਣਗੀਆਂ, ਸੋਚ ਬਦਲ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈ, ਯਾਨੀ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀ। ਸ਼ਲੋਕ ਮਹਿਲਾ ਪੰਜਵਾਂ। ਨਰਕ ਘੋਰ ਬਹੁ ਦੁੱਖ ਕਣੇ, ਅਕਿਰਤ ਕਣਾ ਕਾ ਥਾਨ। ਕਣੇ ਦਾ ਮਤਲਬ ਬਹੁਤੇ, ਨਰਕ ਘੋਰ ਦਾ ਮਤਲਬ ਭਿਆਨਕ ਦੁੱਖ। ਅਕਿਰਤ ਕਣ ਕਹਿੰਦੇ ਨੇ ਜੋ ਕੀਤੇ ਹੋਏ ਪਰ ਉਪਕਾਰ ਨੂੰ ਨਾ ਜਾਣੇ, ਜੋ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਨਾ ਜਾਣੇ, ਉਹਨੂੰ ਕਹਿੰਦੇ ਨੇ ਅਕਿਰਤ ਕਣ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਕਿਰਤ ਕਣ ਮਨੁੱਖ ਪ੍ਰਭੂ ਵੱਲੋਂ ਮਾਰੇ ਹੁੰਦੇ ਨੇ, ਤੇ ਉਹਨਾਂ ਦਾ ਜਿਹੜਾ ਟਿਕਾਣਾ ਹੈ ਨਾ, ਉਹ ਦੁੱਖ ਰੂਪ ਘੋਰ ਨਰਕਾਂ ਦੇ ਵਿੱਚ ਉਹਨਾਂ ਨੂੰ ਪਾਇਆ। ਦੁੱਖ ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ। ਹੁਣ ਦੇਖੋ, ਐਸੇ ਜ਼ਿੰਦਗੀ ਦੀ ਗੱਲ ਹੋ ਰਹੀ ਹੈ। ਕਿਹੜਾ ਹੈ ਨਰਕ, ਕਿਹੜਾ ਹੈ? ਆਪਾਂ ਇਹ ਚੀਜ਼ਾਂ ਕਲਾਸ ਵਿੱਚ ਬਹੁਤ ਵਾਰੀ ਵਿਚਾਰ ਚੁੱਕੇ ਹਾਂ। ਨਰਕ ਦਾ ਮਤਲਬ ਦੁੱਖ, ਨਰਕ ਦਾ ਮਤਲਬ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ। ਇਹ ਨਰਕ ਹੀ ਤੇ ਹੈ, ਇਹ ਨਰਕ ਹੀ ਤੇ ਹੈ। ਔਰ ਐਸੇ ਵਿਕਾਰ ਕਮਾ ਕੇ ਆਪਣੀ ਜ਼ਿੰਦਗੀ ਵਿੱਚ ਵੀ ਦੁੱਖ ਪੈਦਾ ਕਰਨਾ, ਔਰ ਦੁਨੀਆ ਦੀ ਜ਼ਿੰਦਗੀ ਵਿੱਚ ਵੀ ਦੁੱਖ ਪੈਦਾ ਕਰ ਦੇਣਾ, ਇਹੀ ਨਰਕ ਹੈ। ਤੇ ਜਿਹੜੇ ਅਕਿਰਤ ਕਣ ਨੇ ਨਾ, ਉਹਨਾਂ ਦਾ ਟਿਕਾਣਾ, ਉਹਨਾਂ ਦੀ ਸੁਰਤ ਦਾ ਟਿਕਾਣਾ ਇਹਨਾਂ ਨਰਕਾਂ ਦੇ ਵਿੱਚ ਹੈ, ਵਿਕਾਰਾਂ ਦੇ ਵਿੱਚ। ਉਹਨਾਂ ਦੀ ਸੁਰਤ ਇੱਥੇ ਹੀ ਹੈ, ਉਹ ਇੱਥੋਂ ਬਾਹਰ ਨਹੀਂ ਨਿਕਲਦੇ। ਤੇ ਅਕਿਰਤ ਕਣ ਦਾ ਮਤਲਬ ਜੋ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਨਹੀਂ ਜਾਣਦੇ।
ਹੁਣ ਦੇਖੋ, ਅਸੀਂ ਛੋਟਾ ਜਿਹਾ ਪਰਉਪਕਾਰ ਕਿਸੇ ਨੂੰ ਕੀਤਾ ਹੋਏ ਨਾ, ਕੋਈ 20-30 ਹਜ਼ਾਰ ਰੁਪਈਆ ਕਿਸੇ ਨੂੰ ਦਿੱਤਾ ਹੋਏ ਮੌਕੇ ਤੇ, ਲੋੜ ਸਮੇਂ, ਇਹਦਾ ਮਤਲਬ ਇਹ ਨਹੀਂ ਕਿ ਨਾ ਦਿੱਤਾ ਜਾਏ, ਦਿੱਤਾ ਹੋਵੇ ਲੋੜ ਸਮੇਂ ਤੇ ਉਹ ਟਾਈਮ ਪੈਣ ਤੇ ਜੇ ਧੰਨਵਾਦ ਵੀ ਨਾ ਕਰੇ, ਜਾਂ ਉਸ ਚੀਜ਼ ਨੂੰ ਭੁਲਾ ਦੇਵੇ ਤੇ ਸਾਨੂੰ ਲੋੜ ਪਵੇ ਤੇ ਨਾ ਸਾਡੇ ਕੰਮ ਆਏ, ਦੁੱਖ ਹੁੰਦਾ ਹੈ ਨਾ। ਅਸੀਂ ਕਹਿੰਦੇ ਹਾਂ ਯਾਰ ਕਿਰਤਕਾਰ ਨੇ ਇੰਨਾ ਇਹਦਾ ਕੀਤਾ ਸੀ ਤੇ ਅੱਜ ਦੇਖ ਮੇਰਾ ਹੀ ਉਲਟਾ ਨੁਕਸਾਨ ਕਰਦਾ ਹੈ। ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਧੰਨਵਾਦ ਕਰਵਾਉਣਾ ਚਾਹੁੰਦੇ ਹਾਂ, ਔਰ ਕਰਨਾ ਵੀ ਚਾਹੀਦਾ। ਦੇਖੋ, ਇਹਨਾਂ ਗੱਲਾਂ, ਇਹਨਾਂ ਦੇਸ਼ਾਂ ਵਿੱਚ ਆਣ ਕੇ ਦੋ ਗੱਲਾਂ ਤੇ ਸਿੱਖੀਆਂ ਨੇ ਨਾ, ਥੈਂਕ ਯੂ ਤੇ ਸੌਰੀ। ਕਈ ਵਾਰ ਇੰਜ ਲੱਗਦਾ ਹੈ ਵੀ ਦੇਸ਼ ਚੱਲ ਹੀ ਇਸ ਚੀਜ਼ ਦੇ ਸਿਰ ਤੇ ਰਹਿਣੇ, ਥੈਂਕ ਯੂ ਸੌਰੀ। ਕਿਸੇ ਦਾ ਨਿੱਕਾ ਜਿਹਾ ਪੈਨ ਵੀ ਤੁਸੀਂ ਡਿੱਗਾ ਫੜਾਓਗੇ, ਤੁਹਾਨੂੰ ਥੈਂਕ ਯੂ ਕਹੇਗਾ, ਥੈਂਕ ਯੂ, ਥੈਂਕ ਯੂ। ਔਰ ਜੇ ਤੁਹਾਡੇ ਨਾਲ ਕਿਸੇ ਦਾ ਮਾੜਾ ਜਿਹਾ ਹੱਥ ਵੀ ਟੱਚ ਹੋ ਗਿਆ ਨਾ, ਤਾਂ ਸੌਰੀ ਕਹਿ ਕੇ ਜਾਏਗਾ ਉਹ, ਵੀ ਯਾਰ ਮੈਨੂੰ ਦੁੱਖ ਹੈ, ਸੌਰੀ ਕਿ ਮੇਰਾ ਹੱਥ ਤੁਹਾਨੂੰ ਟੱਚ ਹੋ ਗਿਆ। ਤਾਂ ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ, ਸਾਨੂੰ ਕੋਈ ਪੈਨ ਵੀ ਫੜਾਏ, ਅਸੀਂ ਉਹਨੂੰ ਧੰਨਵਾਦ ਕਹਿੰਦੇ ਹਾਂ, ਕਹਿਣਾ ਵੀ ਚਾਹੀਦਾ। ਤੇ ਪ੍ਰਭੂ ਨੇ ਸਾਡੇ ਵਾਸਤੇ ਧਰਤੀ, ਚੰਦਰਮਾ, ਆਕਾਸ਼, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਕੁਛ ਪੈਦਾ ਕੀਤਾ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਬਹੁਤ ਕੁਛ ਦਿੱਤਾ, ਤੇ ਕਦੇ ਧੰਨਵਾਦ ਹੀ ਨਹੀਂ। ਜੇ ਬੰਦਾ ਧੰਨਵਾਦ ਕਰਨਾ ਸਿੱਖ ਜਾਏ ਨਾ, ਜ਼ਿੰਦਗੀ ਬਦਲ ਜਾਏਗੀ। ਹੁਣ ਮੇਰੇ ਕੱਪੜੇ ਨੇ, ਸਸਤੇ ਨੇ ਮੇਰੇ ਕੱਪੜੇ, ਤੁਹਾਡੇ ਨਾਲੋਂ ਬਹੁਤ ਸਸਤੇ ਨੇ, ਪਰ ਜੇ ਮੈਂ ਸਸਤੇ ਕੱਪੜੇ ਵੇਖਾਂ, ਤੁਹਾਡੇ ਮਹਿੰਗੇ ਵੇਖਾਂ, ਤਾਂ ਇਹ ਕੱਪੜੇ ਮੈਨੂੰ ਸ਼ਾਂਤੀ ਨਹੀਂ ਦੇਣਗੇ। ਤੇ ਜੇ ਮੈਂ ਧੰਨਵਾਦ ਕਰਨਾ ਸਿੱਖ ਜਾਵਾਂ ਕਿ ਹੇ ਪ੍ਰਭੂ ਧੰਨਵਾਦ ਤੇਰਾ, ਤੂੰ ਮੈਨੂੰ ਆ ਤਨ ਢੱਕਣ ਲਈ, ਗਰਮੀ ਸਰਦੀ ਤੋਂ ਬਚਣ ਲਈ ਕੱਪੜੇ ਦਿੱਤੇ, ਤਾਂ ਇਹ ਕੱਪੜੇ ਸੁਖਦਾਈ ਹੋ ਜਾਂਦੇ। ਮੇਰੇ ਕੋਲ ਘਰ ਛੋਟਾ ਜਿਹਾ ਹੈ, ਤੇ ਜੇ ਮੈਂ ਧੰਨਵਾਦ ਕਰਨਾ ਸਿੱਖ ਜਾਵਾਂ ਦੂਜਿਆਂ ਦੀਆਂ ਕੋਠੀਆਂ ਤੋਂ ਸੜਨ ਦੀ ਬਜਾਏ, ਕਿ ਹੇ ਪ੍ਰਭੂ ਤੇਰਾ ਧੰਨਵਾਦ, ਤੂੰ ਮੈਨੂੰ ਸਿਰ ਲੁਕਾ ਲਈ ਜਗ੍ਹਾ ਦਿੱਤੀ, ਨਹੀਂ ਤੇ ਲੋਕ ਤੇ ਫੁੱਟਪਾਥ ਤੇ ਬੈਠੇ ਨੇ, ਉਹ ਘਰ ਵੀ ਸੁਖਦਾਈ ਹੋ ਜਾਏਗਾ। ਪਰ ਬੰਦਾ ਧੰਨਵਾਦ ਕਰਦਾ ਹੀ ਨਹੀਂ, ਬੰਦਾ ਅਕਿਰਤ ਕਾਣੀ ਹੋ ਗਿਆ। ਗੁਰੂ ਸਾਹਿਬ ਸਾਨੂੰ ਤਤੀਆਂ ਤਵੀਆਂ ਤੇ ਬੈਠ ਕੇ ਆਪ ਸਾਡੇ ਵਾਸਤੇ ਸ਼ਾਂਤੀ ਪ੍ਰਦਾਨ ਕਰ ਗਏ। ਗੁਰੂ ਤੇਗ ਬਹਾਦਰ ਜੀ ਆਪਣਾ ਸ਼ੀਸ਼ ਬਲਿਦਾਨ ਕਰਕੇ, ਆਪਣਾ ਸ਼ੀਸ਼ ਦੇ ਕੇ ਵੀ ਹਿਊਮਨ ਰਾਈਟਸ ਉਹਨਾਂ ਦੀ ਝੋਲੀ ਵਿੱਚ ਪਾ ਗਏ, ਕਿਸੇ ਧਰਮ ਦੀ ਰਾਖੀ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਆਪਣੇ 4 ਪੁੱਤਰ ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ ਗਏ, ਤੇ ਸਾਨੂੰ ਇੰਨੀ ਗੱਲ ਕਹਿ ਗਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਉਹ ਵੀ ਨਹੀਂ ਮੰਨਿਆ, ਅਸੀਂ ਬਾਬਿਆਂ ਦੇ ਡੇਰਿਆਂ ਤੇ ਔਰ ਕਿੱਥੇ ਕਿੱਥੇ ਜਾ ਕੇ ਅਸੀਂ ਮੱਥੇ ਟੇਕਦੇ ਰਹੇ। ਇਹ ਇਸੇ ਨੂੰ ਕਹਿੰਦੇ ਨੇ ਅਕਿਰਤ ਕਣ, ਜਿਹੜਾ ਕਿਸੇ ਕੀਤੇ ਨੂੰ ਨਹੀਂ ਜਾਣਦਾ। ਉਹ ਲੋਕ ਫਿਰ ਰੱਬ ਤੋਂ ਬੇਮੁਖ ਜਿਹੜੇ ਨੇ, ਉਹਨਾਂ ਦਾ ਵਾਸਾ ਨਰਕ ਵਿੱਚ ਹੀ ਹੈ, ਭਾਵ ਕਿ ਉਹ ਵਿਸ਼ੇ ਵਿਕਾਰ ਹੀ ਕਮਾਉਂਦੇ ਰਹਿੰਦੇ। ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਹਰਾਮ ਦਾ ਮਤਲਬ ਅਧਰਮ, ਅਧਰਮੀ। ਇਹਨਾਂ ਦੁੱਖਾਂ ਵਿੱਚ ਪ੍ਰਭੂ ਦੁਆਰਾ ਆਤਮਕ ਮੌਤ ਤੇ ਮਾਰੇ ਹੋਏ ਉਹ ਖੁਆਰ ਹੋ ਕੇ ਮਰਦੇ ਨੇ, ਖੁਆਰ ਹੋ ਕੇ ਮਰਦੇ ਨੇ। ਹਰਾਮ ਦਾ ਮਤਲਬ ਖੁਆਰ ਵੀ ਹੁੰਦਾ ਹੈ, ਮੌਤ ਤੇ ਮਰਨਾ, ਖੁਆਰ ਹੋਣਾ। ਜ਼ਿੰਦਗੀ ਐਵੇਂ ਹੀ ਗਵਾ ਜਾਂਦੇ ਨੇ ਸਾਰੀ ਜ਼ਿੰਦਗੀ। ਦੇਖੋ ਕਿੰਨਾ ਅਮੁੱਲਕ ਜੀਵਨ ਹੈ। ਇਸ ਜੀਵਨ ਨੂੰ ਅਸੀਂ ਹੱਸ ਕੇ, ਮੁਸਕਰਾ ਕੇ ਗੁਜ਼ਾਰ ਸਕਦੇ ਹਾਂ, ਪਿਆਰ ਮੁਹੱਬਤ ਵਾਲੇ ਬੋਲ ਬੋਲ ਕੇ ਗੁਜ਼ਾਰ ਸਕਦੇ ਹਾਂ, ਸੱਚ ਬੋਲ ਕੇ, ਦਇਆ ਨਾਲ, ਪਿਆਰ ਨਾਲ, ਇਮਾਨਦਾਰੀ ਨਾਲ ਗੁਜ਼ਾਰ ਸਕਦੇ ਹਾਂ। ਜੇ ਅਸੀਂ ਇਮਾਨਦਾਰੀ ਨਾਲ, ਪਿਆਰ ਮੁਹੱਬਤ ਨਾਲ, ਹੱਸ ਕੇ, ਖੁਸ਼ ਹੋ ਕੇ, ਵਿਸ਼ਵਾਸ ਤੇ ਪਾਤਰ ਬਣ ਕੇ ਜ਼ਿੰਦਗੀ ਗੁਜ਼ਾਰੀਏ, ਅਸੀਂ ਵੀ ਸ਼ਾਂਤ, ਤੇ ਮੁਲਕ ਔਰ ਸੰਸਾਰ ਵਿੱਚ ਵੀ ਸ਼ਾਂਤੀ, ਕਿੰਨਾ ਵੱਡਾ ਰਿਜ਼ਲਟ ਨਿਕਲੇਗਾ ਉਹਦਾ। ਪਰ ਅਸੀਂ ਵਿਕਾਰਾਂ ਦੇ ਵਿੱਚ ਫਸ ਕੇ ਆਪ ਵੀ ਅਸ਼ਾਂਤ ਤੇ ਦੁਨੀਆ ਵਿੱਚ ਵੀ ਅਸ਼ਾਂਤੀ। ਮੈਂ ਹੈਰਾਨ ਹੁੰਨਾ, ਕਈ ਨਾ ਵੀਰ ਭੈਣਾਂ ਖਿੜ ਖਿੜ ਕੇ ਹੱਸਦੇ ਨੇ, ਠਾਕ ਕੇ ਮਾਰ ਕੇ ਹੱਸਦੇ ਨੇ, ਬੜਾ ਚੰਗਾ ਲੱਗਦਾ। ਜਦੋਂ ਕੋਈ ਖਿੜ ਖਿੜਾ ਕੇ ਹੱਸਦਾ ਨਾ, ਬਹੁਤ ਚੰਗਾ ਲੱਗਦਾ। ਪਰ ਆਪ ਕਈਆਂ ਨੂੰ ਵੇਖੋਗੇ, ਲੋਕ ਕਹਿਣਗੇ ਫਲਾਂ ਬੰਦਾ ਉਹ ਤੇ ਡੰਗਰ ਹੈ ਯਾਰ, ਖਿੜ ਖਿੜ ਕਰਕੇ ਹੱਸਦਾ ਹੈ, ਹਿੜ ਹਿੜ ਕਰਕੇ ਹੱਸਦਾ ਰਹਿੰਦਾ, ਡੰਗਰ ਹੈ। ਹੁਣ ਜਿਸ ਬੰਦੇ ਨੂੰ ਹੱਸਣ ਵਾਲਾ ਬੰਦਾ ਡੰਗਰ ਲੱਗ ਰਿਹਾ ਹੋਵੇ, ਜਿਸ ਸਮਾਜ ਵਿੱਚ ਹੱਸਣ ਨੂੰ ਬੇਵਕੂਫੀ ਸਮਝਿਆ ਜਾਂਦਾ ਹੋਵੇ, ਉਸ ਸਮਾਜ ਦੇ ਲੋਕਾਂ ਨੂੰ ਖੁਸ਼ ਕੌਣ ਕਰ ਸਕਦਾ ਹੈ? ਜਿਹਨੂੰ ਹੱਸਣਾ ਬੇਵਕੂਫੀ ਲੱਗਦਾ ਹੋਏ, ਕਿਸੇ ਦਾ ਹੱਸਣਾ ਵੀ ਬੇਵਕੂਫੀ ਲੱਗਦਾ ਹੋਏ, ਉਹਨੂੰ ਖੁਸ਼ ਕਿਵੇਂ ਕਰ ਲੋਗੇ? ਉਹਨੂੰ ਕਿਵੇਂ ਖੁਸ਼ ਕਰ ਲੋਗੇ ਜੇ ਸਮਾਜ ਵਿੱਚ ਹੱਸਣਾ ਹੀ ਬੇਵਕੂਫੀ ਹੋਵੇ? ਇਸ ਲਈ ਅਸੀਂ ਹੱਸ ਕੇ ਵੀ ਗੁਜ਼ਾਰ ਸਕਦੇ ਹਾਂ, ਥੋੜਾ ਮੁਸਕਰਾਓ, ਮੁਸਕਰਾ ਕੇ ਵੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਕਿਉਂ ਮੱਥਿਆਂ ਦੇ ਉੱਤੇ ਵੱਟ ਪਾ ਕੇ ਬੈਠੇ ਹੋ?
ਅਸੀਂ ਇੰਜ ਬੈਠੇ ਹਾਂ, ਕਾਰ ਡਰਾਈਵ ਕਰ ਰਿਹਾ ਮੱਥੇ ਤੇ ਵੱਟ ਨੇ, ਕਿਤਾਬ ਪੜ੍ਹ ਰਿਹਾ ਮੱਥੇ ਤੇ ਵੱਟ ਨੇ, ਟੀਵੀ ਤੇ ਮੱਥੇ ਤੇ ਵੱਟ ਨੇ, ਸਬਜੀ ਭਾਜੀ ਬਣਾ ਰਿਹਾ, ਰੋਟੀ ਖਵਾ ਮੱਥੇ ਤੇ ਵੱਟ ਨੇ। ਯਾਰ ਮੱਥੇ ਤੇ ਵੱਟ ਲਾ ਲਓ, ਰਿਲੈਕਸ ਹੋ ਲਓ, ਥੋੜਾ ਮੁਸਕਰਾ ਲਓ, ਸੱਚ ਬੋਲ ਲਓ, ਪਿਆਰ ਨਾਲ ਰਹਿ ਲਓ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਮਾਰੇ ਹੋਏ ਨੇ, ਰੱਬੀ ਗੁਣਾਂ ਤੋਂ ਜੋ ਬੇਮੁਖ ਨੇ, ਆਖਿਰ ਉਹ ਖੁਆਰ ਹੋ ਕੇ ਮਰਦੇ ਨੇ। ਮਹਿਲਾ ਪੰਜਵਾਂ, ਅਵਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਅਵਖਦ ਦਾ ਮਤਲਬ ਦਵਾਈਆਂ, ਕੀਤਿਆਂ ਦਾ ਮਤਲਬ ਕੀਤੇ ਨੇ। ਸਾਰੇ ਰੋਗਾਂ ਦੇ ਦਾਰੂ ਹੈ ਨੇ, ਨਿੰਦਕ ਦਾ ਦਾਰੂ ਨਾ ਹੈ। ਗੁਰੂ ਜੀ ਕਹਿੰਦੇ ਨੇ ਨਿੰਦਕਾਂ ਦੇ ਰੋਗ ਦਾ ਕੋਈ ਇਲਾਜ ਨਹੀਂ। ਜਿਹੜੇ ਨਿੰਦਕ ਨੇ ਕੋਈ ਇਲਾਜ ਨਹੀਂ, ਉਹਨਾਂ ਨੇ ਕੋਈ ਨਾ ਕੋਈ ਕਮੀ ਲੱਭ ਲੈਣੀ, ਉਹ ਕੋਈ ਨਾ ਕੋਈ ਕਮੀ ਲੱਭ ਲੈਣਗੇ, ਜਿੱਥੇ ਵੀ ਜਾਣਗੇ ਲੱਭ ਲੈਣਗੇ, ਔਰ ਉਹਨਾਂ ਨੂੰ ਕਮੀਆਂ ਹੀ ਦਿਸਣਗੀਆਂ, ਔਰ ਉਹ ਤੁਹਾਡੇ ਵਿਰੋਧ ਵਿੱਚ ਹੀ ਬੋਲਣਗੇ, ਔਰ ਤੁਹਾਡੇ ਵਿਰੋਧ ਵਿੱਚ ਨਹੀਂ, ਸਾਰਿਆਂ ਦੇ ਵਿਰੋਧ ਵਿੱਚ ਬੋਲਣਗੇ। ਤੇ ਇੱਕ ਗੱਲ ਯਾਦ ਰੱਖਣਾ, ਜਦੋਂ ਕੋਈ ਕਿਸੇ ਦੀ ਨਿੰਦਿਆ ਤੁਹਾਡੇ ਕੋਲ ਕਰੇ ਨਾ, ਕਿਸੇ ਦੇ ਖਿਲਾਫ ਬੋਲੇ, ਸੁਣਨਾ ਬੰਦ ਕਰ ਦਿਓ, ਇਹਦੇ ਵਿੱਚ ਭਲਾ ਹੈ। ਕਿਉਂਕਿ ਜਿਹੜਾ ਬੰਦਾ ਤੁਹਾਡੇ ਕੋਲ ਮੇਰੀ ਨਿੰਦਿਆ ਕਰ ਰਿਹਾ ਨਾ, ਤੇ ਖੁਸ਼ ਨਾ ਹੋਣਾ ਕਿ ਉਹ ਮੇਰੀ ਨਿੰਦਿਆ ਕਰ ਰਿਹਾ ਹੈ, ਕਿਉਂਕਿ ਉਹਦੀ ਆਦਤ ਹੈ, ਮੇਰੇ ਕੋਲ ਆਣ ਕੇ ਉਹ ਤੁਹਾਡੀ ਵੀ ਕਰੇਗਾ, ਕਿਸੇ ਦੂਜੇ ਕੋਲ ਜਾ ਕੇ ਤੁਹਾਡੀ ਵੀ ਕਰੇਗਾ, ਕਿਉਂਕਿ ਆਦਤ ਹੈ ਉਹਦੀ। ਮਤਾਂ ਤੁਸੀਂ ਫੁੱਲੇ ਨਾ ਸਮਾਉਂਦੇ ਹੋਵੋ ਕਿ ਮੋਹਰ ਸਿੰਘ ਦੀ ਨਿੰਦਿਆ ਕਰ ਰਿਹਾ ਹੈ, ਕਿਆ ਬਾਤ, ਅੱਛਾ ਮੋਹਰ ਸਿੰਘ ਵਿੱਚ ਇੰਨੀਆਂ ਕਮੀਆਂ, ਤੁਹਾਨੂੰ ਤੇ ਮਜ਼ਾ ਆ ਰਿਹਾ ਹੈ। ਤੇ ਯਾਦ ਰੱਖਣਾ, ਉਹ ਮਜ਼ੇ ਫਿਰ ਮੋਹਰ ਸਿੰਘ ਵੀ ਲਵੇਗਾ, ਕੋਈ ਹੋਰ ਵੀ ਲਵੇਗਾ, ਕਿਉਂਕਿ ਉਹਨੇ ਦੂਜਿਆਂ ਕੋਲ ਜਾ ਕੇ ਤੁਹਾਡੀ ਮਿੱਟੀ ਵੀ ਪਲੀਤ ਕਰਨੀ ਹੈ, ਤੁਹਾਡੀ ਵੀ ਪਲੀਤ ਕਰਨੀ। ਤੇ ਦੂਜੀ ਗੱਲ, ਜੇ ਤੁਸੀਂ ਕਿਸੇ ਦੀ ਖਿਲਾਫਤ ਕਰੋ ਤੇ ਮੋਹਰ ਸਿੰਘ ਸੁਣ ਰਿਹਾ ਨਾ ਤੁਹਾਡੇ ਤੋਂ, ਤਾਂ ਫਿਰ ਖੁਸ਼ ਨਾ ਹੋਣਾ, ਕਿਉਂਕਿ ਮੋਹਰ ਸਿੰਘ ਨੂੰ ਸੁਣਨ ਦੀ ਆਦਤ ਹੈ, ਨਿੰਦਾ ਸੁਣਨ ਦੀ। ਜਦੋਂ ਕੋਈ ਤੁਹਾਡੀ ਆਣ ਕੇ ਕਰੇਗਾ, ਮੋਹਰ ਸਿੰਘ ਤੁਹਾਡੀ ਵੀ ਸੁਣੇਗਾ। ਇਸ ਲਈ ਸਾਨੂੰ ਇਧਰ ਧਿਆਨ ਦੇਣ ਦੀ ਲੋੜ ਹੈ। ਅਵਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਜੋ ਨਿੰਦਕ ਹੈ ਉਹਦਾ ਕੋਈ ਦਾਰੂ ਨਹੀਂ, ਉਹਨੇ ਨਿੰਦਿਆ ਕਰਨ ਦਾ ਕੋਈ ਨਾ ਕੋਈ ਢੰਗ ਲੱਭ ਲੈਣਾ। ਤੇ ਬੇਨਤੀ ਕਰਾਂ, ਸੱਚ ਨੂੰ ਨਿੰਦਿਆ ਨਹੀਂ ਕਹਿੰਦੇ। ਨਿੰਦਿਆ ਦਾ ਮਤਲਬ ਹੈ ਆਪਣੇ ਸਵਾਰਥ ਕਰਕੇ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਨਾ, ਕਿਸੇ ਚੰਗੀ ਭਲੀ ਗੱਲ ਦੇ ਅੰਦਰ ਵੀ ਕਮੀ ਲੱਭਣੀ, ਇਹ ਨਿੰਦਕ ਦਾ ਕੰਮ ਹੈ। ਤੇ ਉਹਨਾਂ ਲੋਕਾਂ ਦਾ ਕੋਈ ਦਾਰੂ ਹੈ ਨਹੀਂ, ਉਹਨਾਂ ਨੂੰ ਆਤਮਿਕ ਮੌਤ ਤੋਂ ਕੋਈ ਨਹੀਂ ਬਚਾ ਸਕਦਾ। ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਭੁਲਾਇਆ ਹੋਇਆ ਹੈ, ਕਿਉਂਕਿ ਉਹ ਰੱਬ ਦੇ ਭਾਣੇ ਤੋਂ ਬਾਹਰ ਨੇ। ਆਪ ਭੁਲਾਏ ਦਾ ਮਤਲਬ ਕਿ ਰੱਬੀ ਰਜਾ ਤੋਂ ਭੁੱਲੇ ਨੇ, ਤੇ ਰੱਬ ਨੇ ਉਹਨਾਂ ਨੂੰ ਆਪਣੇ ਭਾਣੇ ਵਿੱਚ ਭੁਲਾਇਆ ਹੋਇਆ ਹੈ। ਪਚ ਪਚ ਦਾ ਮਤਲਬ ਖਪ ਖਪ ਕੇ, ਜੋਨੀ ਪਾਹੇ, ਇੱਥੇ ਜੋਨੀ ਦਾ ਮਤਲਬ ਹੈ ਸੁਭਾਅ, ਕਿ ਉਹ ਨਿੰਦਾ ਦੇ ਸੁਭਾਅ ਦੇ ਵਿੱਚ ਹੀ ਮੁੜ ਮੁੜ ਕੇ ਪੈਂਦੇ ਰਹਿੰਦੇ ਨੇ। ਉਹਨਾਂ ਦੇ ਅੰਦਰ ਨਿੰਦਾ ਵਾਲੀ ਬਿਰਤੀ ਬਾਰ-ਬਾਰ ਪੈਂਦੀ ਰਹਿੰਦੀ ਹੈ, ਉਹਨਾਂ ਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੁੰਦੀਆਂ ਰਹਿੰਦੀਆਂ, ਖਪ ਖਪ ਕੇ ਇਸੇ ਸੁਭਾਅ ਦੇ ਵਿੱਚ ਹੀ ਉਹ ਖਪਦੇ ਰਹਿੰਦੇ ਨੇ। ਜਿਹੜੇ ਰੱਬ ਵੱਲੋਂ ਭੁੱਲੇ ਨੇ, ਉਹ ਸਾਰੀ ਜ਼ਿੰਦਗੀ ਇਸੇ ਸੁਭਾਅ ਦੇ ਵਿੱਚ ਖਪਦੇ ਰਹਿਣਗੇ। ਅਗਲਾ ਬਚਨ, ਪੌੜੀ ਮਹਿਲਾ ਪੰਜਵਾਂ, ਇਹ ਵੀ ਪੌੜੀ ਪੰਜਵੇਂ ਪਾਤਸ਼ਾਹ ਦੀ ਹੈ। ਤੁਸ ਦਿੱਤਾ ਪੂਰੇ ਸਤਿਗੁਰੂ, ਹਰ ਤਨ ਸੱਚ ਅਖੁੱਟ। ਹੁਣ ਇੱਥੇ ਬਚਨ ਦਾ ਇੱਕ ਉਪਾਅ ਹੈ। ਨਿੰਦਾ ਵਾਲਿਆਂ ਦੀ ਗੱਲ ਕਰਕੇ, ਅਕਿਰਤ ਕਣਾਂ ਦੀ ਗੱਲ ਕਰਕੇ, ਵਿਕਾਰੀਆਂ ਪਾਪੀਆਂ ਦੀ ਹਾਲਾਤ ਦੱਸ ਕੇ ਕਿ ਉਹਨਾਂ ਦਾ ਥਾਂ ਨਰਕ ਹੈ, ਭਾਵ ਕਿਉਂਕਿ ਉਹ ਵਿਕਾਰਾਂ ਦੇ ਨਰਕ ਵਿੱਚ ਪਏ ਹੋਏ ਨੇ। ਉਹਨਾਂ ਦੀ ਸੁਰਤ, ਉਹਨਾਂ ਦੀ ਮੈਂਟੈਲਿਟੀ ਕਾਮ ਕ੍ਰੋਧ ਆਦਿਕ ਨਰਕਾਂ ਦੇ ਵਿੱਚ ਹੀ ਹਰ ਟਾਈਮ ਪਈ ਹੈ, ਸੜ ਰਹੇ ਨੇ ਉਹ ਨਰਕ ਦੀ ਅੱਗ ਵਿੱਚ। ਦੂਜੇ ਪਾਸੇ ਸਾਰੇ ਉਹੋ ਜਿਹੇ ਨਹੀਂ ਹੈ, ਕੁਝ ਲੋਕ ਬਚੇ ਨੇ। ਬਚੇ ਕੌਣ ਨੇ? ਤੁਸ ਦਿੱਤਾ ਪੂਰੇ ਸਤਿਗੁਰੂ, ਹਰ ਤਨ ਸੱਚ ਅਖੁੱਟ। ਅਖੁੱਟ ਦਾ ਮਤਲਬ ਅਮੁੱਕ, ਜਿਹਨੇ ਕਦੇ ਮੁੱਕਣਾ ਨਹੀਂ। ਤੁਸ ਦਾ ਮਤਲਬ ਤਰੁੱਠ ਕੇ, ਪ੍ਰਸੰਨ ਹੋ ਕੇ, ਕਿਰਪਾ ਕਰਕੇ। ਜਿਨ੍ਹਾਂ ਮਨੁੱਖਾਂ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਦੇ ਸ਼ੁਭ ਗੁਣਾਂ ਦਾ ਸੱਚਾ ਧਨ ਦਿੱਤਾ ਹੈ, ਜੋ ਨਾ ਮੁੱਕਣ ਵਾਲਾ ਹੈ, ਪ੍ਰਸੰਨ ਹੋ ਕੇ ਦਿੱਤਾ ਹੈ। ਹਰ ਤਨ ਦਾ ਮਤਲਬ ਹਰੀ ਦਾ ਧਨ, ਗੁਣ, ਸਤ ਸੰਤੋਖ, ਦਇਆ, ਧਰਮ ਆਦਿਕ, ਔਰ ਰੱਬੀ ਰਜ਼ਾ ਦੇ ਵਿੱਚ ਰਹਿਣ ਦਾ ਧਨ ਦਿੱਤਾ ਹੈ, ਰੱਬ ਦਾ ਪਿਆਰ ਦਿੱਤਾ ਹੈ, ਰੱਬ ਦੇ ਗੁਣ ਦਿੱਤੇ ਨੇ। ਖੁਸ਼ ਹੋ ਕੇ, ਪ੍ਰਸੰਨ ਹੋ ਕੇ, ਕਿਰਪਾ ਕਰਕੇ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਰੱਬੀ ਗੁਣਾਂ ਦਾ ਖਜ਼ਾਨਾ ਦਿੱਤਾ ਹੈ। ਸਭ ਅੰਦੇਸ਼ੇ ਮਿਟ ਗਏ, ਜਮ ਕਾ ਪੋ ਛੁੱਟ। ਅੰਦੇਸ਼ੇ ਦਾ ਮਤਲਬ ਫਿਕਰ, ਚਿੰਤਾ। ਉਹਨਾਂ ਦੇ ਸਾਰੇ ਫਿਕਰ ਮਿਟ ਜਾਂਦੇ ਨੇ
ਜਮ ਕਾ ਭਉ ਛੁੱਟ, ਛੁੱਟ ਦਾ ਮਤਲਬ ਛੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਮ ਦਾ ਮਤਲਬ ਆਤਮਕ ਮੌਤ। ਉਹਨਾਂ ਦਾ ਆਤਮਕ ਮੌਤ ਦਾ ਡਰ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਆਤਮਕ ਮੌਤ ਦਾ ਡਰ ਨਹੀਂ ਰਹਿੰਦਾ, ਭਾਵ ਉਹਨਾਂ ਨੂੰ ਆਤਮਕ ਮੌਤ ਨਹੀਂ ਹੁੰਦੀ, ਉਹ ਆਤਮਕ ਮੌਤ ਤੇ ਨਹੀਂ ਮਰਦੇ, ਉਹ ਆਤਮਕ ਜ਼ਿੰਦਗੀ ਜੀਂਦੇ ਨੇ। ਉਹਨਾਂ ਦੇ ਚਿੰਤਾ ਫਿਕਰ ਸਾਰੇ ਮਿਟ ਜਾਂਦੇ ਨੇ ਔਰ ਉਹ ਖੁਸ਼ੀਆਂ ਵਾਲੀ ਜ਼ਿੰਦਗੀ ਜੀਂਦੇ ਨੇ। ਸਰੀਰਕ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ ਔਰ ਆਤਮਕ ਮੌਤ ਤੋਂ ਵੀ ਉਹ ਬਚ ਜਾਂਦੇ ਨੇ। ਉਹਨਾਂ ਨੂੰ ਕਦੇ ਵੀ ਆਤਮਕ ਮੌਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਹਮੇਸ਼ਾ ਕਾਇਮ ਰਹਿੰਦੀ ਹੈ। ਕਿਹਨਾਂ ਦੇ? ਜਿਨ੍ਹਾਂ ਨੂੰ ਸਤਿਗੁਰ ਨੇ ਖੁਸ਼ ਹੋ ਕੇ ਰੱਬੀ ਗੁਣਾਂ ਦੀ ਦਾਤ ਦਿੱਤੀ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਸਿਖਾਇਆ ਹੈ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ, ਟੁੱਟ ਦਾ ਮਤਲਬ ਟੁੱਟ ਜਾਂਦੀਆਂ ਨੇ, ਮੁੱਕ ਜਾਂਦੀਆਂ ਨੇ। ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਔਰ ਪਾਪਾਂ ਦੀਆਂ ਜੋ ਬੁਰਾਈਆਂ ਨੇ, ਸਾਧੂ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਜਾਇਆ ਮੁੱਕ ਜਾਂਦੀਆਂ ਨੇ। ਜੋ ਲੋਕ ਗੁਰੂ ਦੀ ਸ਼ਰਨ ਵਿੱਚ ਚਲੇ ਗਏ, ਗੁਰੂ ਦੀ ਸ਼ਰਨ ਵਿੱਚ ਜਾਣ ਦਾ ਮਤਲਬ ਜਿਨ੍ਹਾਂ ਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਜੋ ਹੋ ਗਏ, ਉਹਨਾਂ ਦੇ ਵਿੱਚੋਂ ਕਾਮ ਕ੍ਰੋਧ ਤੇ ਹੋਰ ਜੋ ਬੁਰਾਈਆਂ ਨੇ ਉਹ ਮੁੱਕ ਜਾਂਦੀਆਂ ਨੇ। ਉਹ ਪਰਾਈਆਂ ਇਸਤਰੀਆਂ ਵੱਲ ਮਾੜੀ ਨਜ਼ਰ ਨਾਲ ਨਹੀਂ ਤੱਕਦੇ, ਉਹਨਾਂ ਦੇ ਅੰਦਰ ਕ੍ਰੋਧ ਜਿਹੜਾ ਹੈ ਉਹ ਪ੍ਰਬਲ ਨਹੀਂ ਹੁੰਦਾ। ਉਹਨਾਂ ਦੇ ਅੰਦਰ ਹੋਰ ਜੋ ਬੁਰਾਈਆਂ ਨੇ, ਚੋਰੀਆਂ ਸੰਨਾਂ ਲਾਣੀਆਂ ਦਾ ਲੋਭ ਲਾਲਚ ਹੈ, ਸਾਰੀਆਂ ਬੁਰਾਈਆਂ ਹੀ ਮੁੱਕ ਜਾਂਦੀਆਂ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ। ਵਿਣ ਸੱਚੇ ਦੂਜਾ ਸੇਮ ਦੇ ਹੋਏ ਮਰਸਨ ਬੁੱਟ, ਬੁੱਟ ਦਾ ਮਤਲਬ ਬੋਟ। ਆ ਤੁਸੀਂ ਵੇਖਿਆ ਹੋਵੇਗਾ ਨਾ, ਘਰਾਂ ਦੇ ਵਿੱਚ ਚਿੜੀਆਂ ਆਲਣੇ ਪਾਉਂਦੀਆਂ ਸਨ, ਅੱਜ ਕੱਲ ਤੇ ਚਿੜੀਆਂ ਹੀ ਵਿਚਾਰੀਆਂ ਨਹੀਂ ਰਹੀਆਂ। ਸਾਡੇ ਘਰਾਂ ਵਿੱਚ ਅਸੀਂ ਰੁੱਖ ਨਹੀਂ ਰਹੇ, ਪਹਿਲਾਂ ਛੱਪਰ ਛੰਨ ਹੁੰਦੇ ਸਨ, ਡਿਓੜੀਆਂ ਹੁੰਦੀਆਂ ਸਨ, ਚਿੜੀਆਂ ਉੱਥੇ ਆਲਣੇ ਪਾ ਲੈਂਦੀਆਂ ਸਨ ਤੇ ਬੋਟ ਦਿੰਦੀਆਂ ਸਨ। ਆਂਡੇ ਦੇਣੇ, ਆਂਡਿਆਂ ਚੋਂ ਬੋਟ ਨਿਕਲਣੇ, ਬੱਚੇ ਨੂੰ ਕਹਿੰਦੇ ਨੇ ਬੋਟ। ਤੇ ਜਿਹੜਾ ਬੋਟ ਆਲਣੇ ਚੋਂ ਇੱਕ ਵਾਰੀ ਡਿੱਗ ਪਵੇ ਨਾ, ਉਹਨੂੰ ਦੁਬਾਰਾ ਆਲਣੇ 'ਚ ਤਰੋ ਫਿਰ ਡਿੱਗ ਪੈਂਦਾ। ਤੇ ਉਹ ਬੋਟ ਵਿਚਾਰਾ ਜਿਹੜਾ ਉੱਡਣਾ ਸਿੱਖਿਆ ਨਹੀਂ ਤੇ ਥੱਲੇ ਡਿੱਗ ਪਵੇ, ਉਹ ਫਿਰ ਬੜੀ ਬੁਰੀ ਤਰ੍ਹਾਂ ਮਰਦਾ ਹੈ। ਉਹਨੂੰ ਕੀੜੀਆਂ ਚੰਬੜ ਜਾਂਦੀਆਂ ਨੇ, ਕੋਈ ਚੂਹਾ ਖਾ ਜਾਏਗਾ, ਕੋਈ ਕੁੱਤਾ ਬਿੱਲੀ ਖਾ ਜਾਏਗਾ ਔਰ ਕੀੜੀਆਂ ਲੜ ਲੜ ਕੇ ਉਹ ਮਰ ਜਾਂਦੇ ਨੇ, ਨਿਆਸਤਰੇ ਹੋ ਕੇ ਮਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਵਿਣ ਸੱਚੇ ਦੂਜਾ ਸੇਮ ਦੇ, ਜੋ ਇੱਕ ਸੱਚੇ ਰੱਬ ਨੂੰ ਛੱਡ ਕੇ ਦੂਜੇ ਦੀ ਪੂਜਾ ਕਰਦੇ ਨੇ, ਸੇਵਾ ਕਰਦੇ ਨੇ, ਯਾਨੀ ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਛੱਡ ਦਿੱਤਾ ਤੇ ਕਾਮ ਕ੍ਰੋਧ ਵਿੱਚ ਪੈ ਗਏ ਨੇ, ਰੱਬ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ, ਮੜੀਆਂ ਕਬਰਾਂ ਨੂੰ, ਵਰਤਨ ਰਾਤੇ ਸਰਾਧਾਂ ਨੂੰ ਪੂਜਦੇ ਫਿਰਦੇ ਨੇ। ਹੋਏ ਮਰਸਨ ਬੁੱਟ, ਉਹ ਨਿਆਸਰੇ ਹੋ ਕੇ ਮਰਨਗੇ। ਉਹ ਉਸ ਬੋਟ ਵਰਗੇ ਨੇ ਜਿਹੜਾ ਬੋਟ ਆਲਣੇ ਚੋਂ ਥੱਲੇ ਡਿੱਗ ਪਿਆ। ਆਲਣੇ ਦੇ ਵਿੱਚ ਬੋਟ ਰਹੇ ਤਾਂ ਚਿੜੀ, ਉਹਦੀ ਮਾਂ, ਦਾਣਾ ਲਿਆ ਕੇ ਉਹਦੇ ਮੂੰਹ 'ਚ ਪਾਉਂਦੀ ਹੈ, ਉਹਨੂੰ ਪਾਲਦੀ ਹੈ, ਉਹਨੂੰ ਉਡਾਰੂ ਕਰਦੀ ਹੈ ਔਰ ਫਿਰ ਉਹ ਆਕਾਸ਼ ਦੀਆਂ ਉਡਾਰੀਆਂ ਲਾਉਂਦਾ ਹੈ। ਪਰ ਜਿਹੜਾ ਬੋਟ ਆਲਣੇ ਤੋਂ ਥੱਲੇ ਡਿੱਗ ਪਵੇ, ਉਹਨੂੰ ਫਿਰ ਉਹਦੀ ਮਾਂ ਵੀ ਨਹੀਂ ਬਚਾ ਪਾਉਂਦੀ, ਨਿਆਸਰਾ ਹੋ ਜਾਂਦਾ। ਤੇ ਜਿਹੜੇ ਸੱਚ ਨੂੰ ਛੱਡ ਕੇ ਰੱਬੀ ਗੁਣਾਂ ਦੀ ਤੇ ਧਾਰਨੀ ਨਹੀਂ, ਸਤ ਸੰਤੋਖ ਦੇ ਧਾਰਨੀ ਨਹੀਂ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਜਿਨ੍ਹਾਂ ਨੇ ਨਹੀਂ ਅਪਣਾਇਆ, ਉਹ ਉਸ ਨਿਆਸਰੇ ਬੋਟ ਦੀ ਤਰ੍ਹਾਂ ਮਰਦੇ ਨੇ। ਕਦੇ ਕਿਸੇ ਬਾਬੇ ਕੋਲ, ਕਦੇ ਮੜੀਆਂ ਤੇ, ਕਦੇ ਕਬਰਾਂ ਤੇ, ਕਦੇ ਵਰਤਾਂ ਤੇ, ਕਦੇ ਨਰਾਤਿਆਂ ਤੇ, ਕਦੇ ਸਰਾਧਾਂ ਤੇ, ਕਦੇ ਭੂਤਾਂ ਪ੍ਰੇਤਾਂ ਟੂਣਿਆਂ ਟਵੀਟਾਂ, ਕਿਤੇ ਕਿਵੇਂ ਲੋਕ ਦੁਖੀ ਹੁੰਦੇ ਫਿਰਦੇ ਨੇ, ਜਦੋਂ ਕਿ ਬੜੀ ਸੌਖੀ ਜ਼ਿੰਦਗੀ ਸੀ, ਬੜੀ ਸ਼ਾਂਤ ਜ਼ਿੰਦਗੀ ਅਸੀਂ ਜੀ ਸਕਦੇ ਸੀ। ਘਰ ਗ੍ਰਸਤੀ ਵਿੱਚ ਰਹਿ ਕੇ ਅਸੀਂ ਰੱਬ ਦਾ ਰੂਪ ਹੋ ਸਕਦੇ ਸੀ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦੇ, ਜੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਕਰਦੇ, ਜੇ ਅਸੀਂ ਆਪਣੇ ਅੰਦਰ ਵਸਦੇ ਰੱਬ ਨੂੰ ਵੇਖਦੇ, ਰੱਬੀ ਗੁਣਾਂ ਨੂੰ ਵੇਖਦੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ। ਪਰ ਜਿਹੜਾ ਐਸਾ ਨਹੀਂ ਹੋਏਗਾ, ਉਹ ਨਿਆਸਰਾ ਹੋ ਕੇ ਬੋਟ ਦੀ ਤਰ੍ਹਾਂ ਆਤਮਕ ਮੌਤੇ ਦੁੱਖ ਭੋਗਦਾ ਹੋਇਆ ਮਰ ਜਾਏਗਾ। ਨਾਨਕ ਕੋ ਗੁਰ ਬਖਸ਼ਿਆ ਨਾਮੈ ਸੰਗ ਜੁਟ, ਜੁਟ ਦਾ ਮਤਲਬ ਹੁੰਦਾ ਹੈ ਜੁੜਿਆ ਰਹਿਣਾ। ਜਿਵੇਂ ਪਹਿਲਾਂ ਫਲੇ ਜੋਈਦੇ ਸਨ ਤੇ ਇੱਕ ਬੈਲ ਨੂੰ ਦੂਜੇ ਬੈਲ ਨਾਲ ਬੰਨਿਆ ਤੇ ਉਹਨੂੰ ਕਹਿੰਦੇ ਵੀ ਇਹਨੂੰ ਜੁੱਟ ਕਰਦੇ, ਦੋਵਾਂ ਨੂੰ ਜੁੱਟ ਕਰਦੇ, ਵੀ ਦੋ ਟੱਗਿਆਂ ਨੂੰ ਇੱਕ ਥਾਂ ਤੇ ਬੰਨਦੇ ਜਾਂ ਦੋ ਚੀਜ਼ਾਂ ਨੂੰ ਇੱਕ ਥਾਂ ਤੇ ਜੁੱਟ ਕਰਦੇ, ਜੋੜਦੇ। ਜੁੱਟ ਦਾ ਮਤਲਬ ਹੁੰਦਾ ਹੈ ਜੁੜਨਾ। ਨਾਨਕ ਕੋ ਗੁਰ ਬਖਸ਼ਿਆ, ਜਿਸ ਮਨੁੱਖ ਤੇ ਸਤਿਗੁਰ ਦੀ ਰਾਹੀਂ ਬਖਸ਼ਿਸ਼ ਕੀਤੀ ਹੈ। ਨਾਮੇ ਸੰਗ ਜੁੱਟ, ਨਾਮੇ ਦਾ ਮਤਲਬ ਰੱਬ ਦਾ ਹੁਕਮ, ਜੁੱਟ ਦਾ ਮਤਲਬ ਜੁੜਿਆ ਰਹੋ। ਉਹ ਪ੍ਰਭੂ ਦੇ ਹੁਕਮ ਦੇ ਨਾਲ ਜੁੜਿਆ ਰਹਿੰਦਾ ਹੈ।
ਉਹ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜਿੰਦਾ ਹੈ। ਨਾਨਕ ਕੋ ਗੁਰ ਬਖਸ਼ਿਆ, ਜਿਸ ਮਨੁੱਖ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਬਖਸ਼ਿਆ ਹੈ, ਗਿਆਨ ਦਿੱਤਾ ਹੈ। ਨਾਮੇ ਸੰਗ ਜੁਟ ਦਾ ਮਤਲਬ ਉਹ ਰੱਬੀ ਰਜ਼ਾ ਦੇ ਨਾਲ ਜੁੜਿਆ ਰਹਿੰਦਾ ਹੈ, ਰੱਬੀ ਹੁਕਮ ਵਿੱਚ ਤੁਰਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਨੂੰ ਸਮਝ ਆ ਜਾਂਦੀ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਤਾਂ ਜਿਨ੍ਹਾਂ ਤੇ ਗੁਰੂ ਬਖਸ਼ਿਸ਼ ਕਰਦਾ ਹੈ ਉਹ ਰੱਬੀ ਰਜ਼ਾ ਦੇ ਅੰਦਰ ਹਮੇਸ਼ਾ ਹਮੇਸ਼ਾ ਵਾਸਤੇ ਜੁੜੇ ਰਹਿੰਦੇ ਨੇ। ਤਾਂ ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਪੈਦਾ ਹੋਵੇ, ਤਾਂ ਸਾਨੂੰ ਵੀ ਚਾਹੀਦਾ ਹੈ ਅਸੀਂ ਵੀ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸਮਝੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ ਜੀ। ਅੱਜ ਦੀ ਕਲਾਸ ਅਸੀਂ ਇੱਥੇ ਸਮਾਪਤ ਕਰਦੇ ਹਾਂ। ਜੇ ਕਿਸੇ ਵੀਰ ਭੈਣ ਨੇ ਅੱਜ ਦੀ ਜੋ ਵਿਚਾਰ ਕੀਤੀ ਹੈ ਉਹਦੇ ਵਿੱਚ ਜੇ ਕਿਸੇ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਉਹ ਪੁੱਛ ਸਕਦੇ ਹੋ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ, ਆਪਣੇ ਵਿਚਾਰ ਦੇਣੇ ਨੇ, ਤਾਂ ਆਪਣੇ ਵਿਚਾਰ ਦੇ ਸਕਦੇ ਹੋ। ਉਹ ਵੀਰ ਭੈਣ ਅਨਮਿਊਟ ਹੋ ਜਾਣ, ਭੂਗਲ ਜੀ ਨੂੰ ਬਾਰ-ਬਾਰ ਨਾ ਕਹਿਣਾ ਪਵੇ ਅਨਮਿਊਟ ਹੋਣ ਲਈ। ਅਗਲੀ ਕਾਰਵਾਈ ਵੀਰ ਭੂਗਲ ਜੀ ਕਰਨਗੇ। ਤਾਂ ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੈ ਜਾਂ ਕੋਈ ਆਪਣੇ ਵਿਊਜ਼ ਦੇਣੇ ਨੇ, ਅਨਮਿਊਟ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।